ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ। ਜੀ ਹਾਂ, ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਪ੍ਰਾਈਮ ਟਾਈਮ ਲੈ ਕੇ ਮੈਂ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਹਾਂ। ਦਿਨ ਹੈ ਮੰਗਲਵਾਰ 19 ਜਨਵਰੀ ਵਰਾ 2021, ਨਾਨਕਸ਼ਾਹੀ ਸੰਮਤ 552 ਅਤੇ 6 ਮਾਘ। ਇਸ ਸਮੇਂ 7 ਵੱਜ ਚੁੱਕੇ ਨੇ ਜੀ ਕੈਲਗਰੀ ਅਤੇ ਐਡਮਿੰਟਨ ਦੇ ਵਿੱਚ, ਅਤੇ ਅਸੀਂ ਆਪ ਲਈ ਪੰਜਾਬੀ ਨੈਸ਼ਨਲ ਟੀਵੀ ਦੇ ਉੱਤੇ ਮੈਂ ਆਪ ਜੀ ਦਾ ਹੋਸਟ ਰਣਜੀਤ ਸਿੰਘ ਸਿੱਧੂ ਤੇ ਮੇਰੇ ਨਾਲ ਜੱਗੀ ਢਿੱਲੋਂ ਜੀ ਪ੍ਰੋਗਰਾਮ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੋ ਗਏ ਹਾਂ। ਢਿੱਲੋਂ ਸਾਹਿਬ, ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਣਜੀਤ ਜੀ, ਤੁਹਾਨੂੰ ਵੀ ਤੇ ਸਾਰੇ ਪੰਜਾਬੀ ਨੈਸ਼ਨਲ ਤੇ ਸਾਡੇ ਜਿਹੜੇ ਵਿਊਅਰ ਸਾਨੂੰ ਜੁੜੇ ਹੋਏ ਨੇ ਇਸ ਵੇਲੇ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਟੀਵੀ ਤੇ, ਉਹਨਾਂ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜੀ ਕਿ ਜੋ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ, ਇਸ ਨੂੰ ਪੇਸ਼ ਕਰਨ ਵਿੱਚ ਸਾਨੂੰ ਸਹਿਯੋਗ ਦਿੰਦੇ ਨੇ ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਤੋਂ ਗੌਰਵ ਸ਼ਰਮਾ ਜੀ। ਜੇਕਰ ਤੁਸੀਂ ਮਰਸੀਡੀਜ਼ ਦੀ ਕਾਰ ਲੈਣੀ ਹੈ ਤਾਂ ਮਰਸੀਡੀਜ਼ ਬੈਂਜ਼ ਕੰਟਰੀ ਹੈਲਥ, ਜੋ ਕਿ ਏਅਰਪੋਰਟ ਦੇ ਨਜ਼ਦੀਕ ਹੈ, ਉੱਥੇ ਜਾ ਸਕਦੇ ਹੋ। ਬਹੁਤ ਵੱਡੀ ਡੀਲਰਸ਼ਿਪ ਹੈ, ਲਗਭਗ 60-70 ਦੇ ਕਰੀਬ ਕਾਰਾਂ ਜਿਹੜੀਆਂ ਨੇ ਅੰਦਰ ਇਹਨਾਂ ਦੇ ਸ਼ੋਰੂਮ ਦੇ ਅੰਦਰ ਖੜੀਆਂ ਹੁੰਦੀਆਂ ਨੇ। ਤੁਸੀਂ ਭਾਵੇਂ ਮੀਂਹ ਪੈਂਦਾ ਹੋਵੇ, ਠੰਡ ਬਰਫ਼ ਕੁਝ ਵੀ ਹੋਵੇ, ਤੁਸੀਂ ਕਾਰਾਂ ਜਾ ਕੇ ਅੰਦਰ ਬਿਲਕੁਲ ਚੈੱਕ ਕਰ ਸਕਦੇ ਹੋ। ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਤੋਂ ਗੌਰਵ ਸ਼ਰਮਾ ਜੀ। ਬ੍ਰਾਂਡ ਸਪੈਸ਼ਲਿਸਟ ਨੇ 403 903 6757 403 903 6757। ਹਰਪਿੰਦਰ ਸਿੱਧੂ ਇੰਸ਼ੋਰੈਂਸ ਐਕਸਪਰਟ ਨੇ, ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਨੇ, ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ। ਹਰਪਿੰਦਰ ਸਿੱਧੂ ਇੰਸ਼ੋਰੈਂਸ ਐਕਸਪਰਟ 403 404 3500। ਕੁਆਲਿਟੀ ਟਰਾਂਸਮਿਸ਼ਨ ਦੇ ਪਾਲੀ ਵਿਰਕ, ਕਾਰਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਹੋਵੇ, ਟਰਾਂਸਮਿਸ਼ਨ ਦਾ ਕੰਮ ਹੋਵੇ ਜਾਂ ਕੋਈ ਰਿਪੇਅਰ ਕਰਾਉਣੀ ਹੋਵੇ, ਤਾਂ ਕੁਆਲਿਟੀ ਟਰਾਂਸਮਿਸ਼ਨ ਦੇ ਪਾਲੀ ਵਿਰਕ 403 228 0000 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ। ਬ੍ਰਿਕ ਕਲੀਅਰੈਂਸ ਸੈਂਟਰ, ਹਰ ਵੀਕਐਂਡ ਫਰਾਈਡੇ ਸੈਟਰਡੇ ਸੰਡੇ ਫਰਨੀਚਰ ਦੀ ਸੇਲ ਲੱਗਦੀ ਹੈ। ਸਸਤਾ ਫਰਨੀਚਰ, ਵਧੀਆ ਫਰਨੀਚਰ ਬ੍ਰਿਕ ਕਲੀਅਰੈਂਸ ਸੈਂਟਰ ਤੇ ਆਪ ਨੂੰ ਮਿਲ ਸਕਦਾ ਹੈ। 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ 403 726 6200 403 726 6200। ਲਾਈਟ ਸਪੀਡ ਲੌਜਿਸਟਿਕ ਵਾਲੇ ਹਾਇਰਿੰਗ ਕਰ ਰਹੇ ਨੇ। ਅਲਬਰਟਾ BC ਲੈਣ ਵਾਸਤੇ $1.80 ਪਰ ਮਾਈਲ ਦੇ ਰਹੇ ਨੇ ਓਨਰ ਆਪਰੇਟਰਸ ਨੂੰ। ਲਾਈਟ ਸਪੀਡ ਲੌਜਿਸਟਿਕ 403 483 2802 403 483 2802। ਇਹ ਹਾਂ ਜੀ ਸਾਡੇ ਸਪਾਂਸਰ, ਜਿਨ੍ਹਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਆਪ ਤੱਕ ਪਹੁੰਚਾਇਆ ਜਾ ਰਿਹਾ ਹੈ ਜੀ। ਤੇ ਹੁਣ ਆਪਾਂ ਗੱਲ ਕਰਾਂਗੇ ਮੌਸਮ ਦੀ। ਇਸ ਸਮੇਂ ਕੈਲਗਰੀ ਸ਼ਹਿਰ ਦੇ ਵਿੱਚ ਜਿਹੜਾ ਤਾਪਮਾਨ ਹੈ ਜੀ, ਉਹ 7 ਡਿਗਰੀ ਸੈਲਸੀਅਸ ਤਾਪਮਾਨ ਹੈ। ਥੋੜ੍ਹੀ ਜਿਹੀ ਬੱਦਲਵਾਈ ਕੈਲਗਰੀ ਸ਼ਹਿਰ ਦੇ ਵਿੱਚ, ਪਰ ਤਾਪਮਾਨ 7 ਡਿਗਰੀ ਸੈਲਸੀਅਸ। ਐਡਮਿੰਟਨ ਦੇ ਵਿੱਚ ਵੀ ਥੋੜ੍ਹੀ ਜਿਹੀ ਬੱਦਲਵਾਈ ਹੈ, 3 ਡਿਗਰੀ ਸੈਲਸੀਅਸ ਤਾਪਮਾਨ ਹੈ ਜੀ। ਵੈਨਕੂਵਰ ਦੇ ਵਿੱਚ ਬੱਦਲਵਾਈ ਦੱਸੀ ਗਈ ਹੈ, 7 ਡਿਗਰੀ ਸੈਲਸੀਅਸ ਤਾਪਮਾਨ ਵੈਨਕੂਵਰ ਸ਼ਹਿਰ ਦੇ ਵਿੱਚ। ਅਤੇ ਟੋਰਾਂਟੋ ਸ਼ਹਿਰ ਦੇ ਵਿੱਚ ਅਸਮਾਨ ਸਾਫ਼ ਤੇ ਕਿਤੇ ਕਿਤੇ ਥੋੜ੍ਹੀ ਬੱਦਲਵਾਈ ਤੇ ਤਾਪਮਾਨ -1 ਡਿਗਰੀ ਸੈਲਸੀਅਸ ਹੈ ਜੀ। ਇਹ ਹੈ ਜਿਹੜੇ ਕੈਨੇਡਾ ਦੇ ਪ੍ਰਮੁੱਖ ਸ਼ਹਿਰ। ਅਤੇ ਹੁਣ ਗੱਲ ਕਰਦੇ ਹਾਂ ਆਪਾਂ ਭਾਰਤ ਦੇ ਕੁਝ ਸ਼ਹਿਰਾਂ ਦੇ ਮੌਸਮ ਦਾ ਹਾਲ ਦੀ। ਨਵੀਂ ਦਿੱਲੀ ਦੇ ਵਿੱਚ ਇਸ ਸਮੇਂ 11 ਡਿਗਰੀ ਸੈਲਸੀਅਸ ਤਾਪਮਾਨ ਹੈ, ਅਤੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ 8 ਡਿਗਰੀ ਸੈਲਸੀਅਸ ਤਾਪਮਾਨ ਹੈ। ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਦੱਸ ਚੁੱਕੇ ਹਾਂ ਕਿ 8 ਤੋਂ 10 ਡਿਗਰੀ ਸੈਲਸੀਅਸ ਦੇ ਕਰੀਬ ਤਾਪਮਾਨ ਰਹੇਗਾ। ਅਤੇ ਜਲੰਧਰ ਦੇ ਵਿੱਚ ਜਿਹੜਾ ਤਾਪਮਾਨ ਹੈ ਜੀ, ਉਹ 6 ਡਿਗਰੀ ਸੈਲਸੀਅਸ ਤਾਪਮਾਨ ਰਹੇਗਾ ਜੀ। ਇਹ ਹੈ ਜੀ ਮੌਸਮ ਦਾ ਹਾਲ, ਜਿਹੜਾ ਕਿ ਕੈਨੇਡਾ ਦੇ ਕੁਝ ਸ਼ਹਿਰਾਂ ਦਾ ਅਤੇ ਕੁਝ ਸ਼ਹਿਰਾਂ ਦੇ ਜਿਹੜੇ ਨੇ ਜੀ ਭਾਰਤ ਦੇ ਸ਼ਹਿਰਾਂ ਦਾ ਮੌਸਮ ਦਾ ਹਾਲ ਆਪ ਨਾਲ ਸਾਂਝਾ ਕੀਤਾ ਹੈ। ਢਿੱਲੋਂ ਸਾਹਿਬ, ਅੱਜ ਦੀਆਂ ਸੁਰਖੀਆਂ ਜਿਹੜੀਆਂ ਜੀ ਆਪਾਂ ਸਾਂਝੀਆਂ ਕਰਦੇ ਹਾਂ ਜੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਵਿਦੇਸ਼ੀ ਯਾਤਰਾ ਦਾ ਪਲਾਨ ਬਣਾਈ ਬੈਠੇ ਕੈਨੇਡੀਅਨ ਆਪਣੇ ਪਲਾਨ ਰੱਦ ਕਰ ਦੇਣ, ਕਿਉਂਕਿ ਸਰਕਾਰ ਕਿਸੇ ਵੀ ਸਮੇਂ ਇੰਟਰਨੈਸ਼ਨਲ ਟਰੈਵਲ ਤੇ ਬੈਨ ਲਗਾ ਸਕਦੀ ਹੈ। ਫਾਈਜ਼ਰ ਕੰਪਨੀ ਦੁਆਰਾ ਕੋਵਿਡ-19 ਦੇ ਟੀਕਿਆਂ ਦੀ ਅਗਲੀ ਸ਼ਿਪਮੈਂਟ 25 ਜਨਵਰੀ ਨੂੰ ਆਉਣੀ ਸੀ, ਜਿਹੜੀ ਕੰਪਨੀ ਵੱਲੋਂ ਅੱਗੇ ਪਾ ਦਿੱਤੇ ਜਾਣ ਕਾਰਨ ਕੈਨੇਡਾ ਦੀ ਟੀਕਾਕਰਨ ਮੁਹਿੰਮ ਵਿੱਚ ਟੀਚੇ ਤੋਂ ਪਛੜਨ ਦੇ ਆਸਾਰ ਬਣੇ ਨੇ। ਅਮਰੀਕਾ ਦੇ ਰਾਸ਼ਟਰਪਤੀ ਇਲੈਕਟ ਜੋ ਬਾਈਡਨ ਭਲਕੇ 20 ਜਨਵਰੀ ਨੂੰ ਅਹੁਦਾ ਸੰਭਾਲਣਗੇ। ਅਲਬਰਟਾ ਸਰਕਾਰ ਵੱਲੋਂ ਰੌਕੀ ਮਾਊਂਟੇਨ ਵਿੱਚ ਕੋਇਲੇ ਦੀਆਂ ਖਾਨਾਂ ਦੀਆਂ ਵਿੱਚ ਖੁਦਾਈ ਨੂੰ ਆਗਿਆ ਦੇਣ ਬਾਰੇ ਕੇਸ ਦੀ ਬਹਿਸ ਜਿਹੜੀ ਹੈ ਜਾਰੀ ਹੈ। NDP ਆਗੂ ਰਿਚਰਡ ਨੌਟਲੀ ਨੇ ਅੱਜ ਕੈਲਗਰੀ ਚੈਂਬਰ ਆਫ ਕਮਰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਦੁਬਾਰਾ ਬਣਨ ਤੇ ਉਹ ਕੈਲਗਰੀ ਡਾਊਨਟਾਊਨ ਦੀਆਂ ਨੌਕਰੀਆਂ ਨੂੰ ਮੁੜ ਲੀਹ ਤੇ ਲਿਆਉਣ ਲਈ ਵਿਸ਼ੇਸ਼ ਯੋਜਨਾ ਤੇ ਵਿਚਾਰ ਕਰਨਗੇ। ਕੈਲਗਰੀ ਸਿਟੀ ਕੌਂਸਲ ਨੇ ਸ਼ਹਿਰ ਵਿੱਚ ਸਕੂਟਰ ਚਲਾਉਣ ਦੀਆਂ 2 ਕੰਪਨੀਆਂ ਨੂੰ ਪੱਕੇ ਤੌਰ ਤੇ ਹਰੀ ਝੰਡੀ ਦੇ ਦਿੱਤੀ ਹੈ। ਸਾਲ 2018 ਵਿੱਚ ਇਸ ਪਾਇਲਟ ਪ੍ਰੋਜੈਕਟ ਨੂੰ ਲਾਗੂ ਕੀਤਾ ਗਿਆ ਸੀ, ਜਿਸ ਨੂੰ ਸ਼ਹਿਰ ਵਾਸੀਆਂ ਵੱਲੋਂ ਵਧੀਆ ਹੁੰਗਾਰਾ ਮਿਲਿਆ। ਕੈਲਗਰੀ ਵਿੱਚੋਂ ਬਰਫ਼ ਹਟਾਉਣ ਦੀ ਨੀਤੀ ਉੱਪਰ ਕੌਂਸਲ ਨੇ ਮੁੜ ਕੇ ਵਿਚਾਰ ਕਰਨ ਦੀ ਸਹਿਮਤੀ ਪ੍ਰਗਟਾਈ ਹੈ। ਅਮਰੀਕਾ ਦੀ ਪਹਿਲੀ ਉਪ ਰਾਸ਼ਟਰਪਤੀ ਬਣ ਜਾ ਰਹੀ ਕਮਲਾ ਹੈਰਿਸ ਦੀ ਪ੍ਰਾਪਤੀ ਤੇ ਮੌਂਟਰੀਅਲ ਦਾ ਵੈਸਟਮਾਊਂਟ ਹਾਈ ਸਕੂਲ ਵੀ ਮਾਣ ਮਹਿਸੂਸ ਕਰ ਰਿਹਾ ਹੈ, ਜਿੱਥੇ ਕਮਲਾ ਹੈਰਿਸ ਨੇ 3 ਸਾਲ ਪੜ੍ਹਾਈ ਕੀਤੀ। ਨੈਸ਼ਨਲ ਹਾਕੀ ਲੀਗ ਵਿੱਚ ਕੈਲਗਰੀ ਫਲੇਮਸ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਜਿੱਥੇ ਸ਼ਹਿਰ ਦੇ ਹਾਕੀ ਪ੍ਰੇਮੀਆਂ ਦੇ ਚਿਹਰੇ ਖਿੜੇ, ਉੱਥੇ ਵੈਨਕੂਵਰ ਦਾ ਮਾੜਾ ਹਾਲ ਪ੍ਰਦਰਸ਼ਨ ਜਾਰੀ ਹੈ। ਸੋਮਵਾਰ ਨੂੰ ਹੋਏ ਇਸ ਮੈਚ ਵਿੱਚ ਕੈਲਗਰੀ ਫਲੇਮਸ ਨੇ ਵੈਨਕੂਵਰ ਕਨੈਕਸ ਨੂੰ 5-2 ਦੇ ਫਰਕ ਨਾਲ ਹਰਾ ਦਿੱਤਾ। ਇਹ ਹਨ ਜੀ ਅੱਜ ਦੀਆਂ ਮੁੱਖ ਸੁਰਖੀਆਂ, ਜਿਹੜੀਆਂ ਕਿ ਆਪ ਦੇ ਨਾਲ ਸਾਂਝੀਆਂ ਕੀਤੀਆਂ ਨੇ। ਅੱਜ ਦੇ ਪ੍ਰੋਗਰਾਮ 'ਚ ਅੱਗੇ ਚੱਲ ਕੇ ਅਸੀਂ ਦੇਸ਼ ਵਿਦੇਸ਼ ਦੀਆਂ ਖਬਰਾਂ ਵਿਸਥਾਰ ਸਹਿਤ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਕੁਝ ਹੋਰ ਗੱਲਾਂ ਬਾਤਾਂ
ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਮਨਜੀਤ ਸਿੰਘ ਜਿਹੜੇ ਨੇ ਐਡਮਿੰਟਨ ਤੋਂ ਸਾਡੇ ਰਿਪਰੈਜ਼ੈਂਟੇਟਿਵ ਪੰਜਾਬੀ ਨੈਸ਼ਨਲ ਦੇ, ਉਹ ਆਪਣੀ ਰਿਪੋਰਟ ਲੈ ਕੇ ਵੀ ਹਾਜ਼ਰ ਹੋਣਗੇ। ਅਤੇ ਹੁਣ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਜੀ। ਤੇ ਕੱਲ ਨੂੰ ਢਿੱਲੋਂ ਸਾਹਿਬ ਫਿਰ ਉਹ ਦਿਨ ਆ ਗਿਆ ਜੀ ਕਿ ਜਿਹੜਾ ਅਮਰੀਕਾ ਵਾਸੀ ਕਾਫੀ ਦਿਨਾਂ ਤੋਂ ਉਡੀਕ ਰਹੇ ਸੀ ਜੀ। ਹਾਂਜੀ, ਆਇਆ ਤਾਂ ਰਣਜੀਤ ਜੀ ਬਹੁਤ ਔਖਾ ਹੀ ਪਹੁੰਚਿਆ ਆ ਜੀ, ਕਿਉਂਕਿ ਜਿਸ ਹਾਲਾਤਾਂ ਦੇ ਵਿੱਚ US ਪਿਛਲੇ ਕੁਝ ਅਰਸੇ ਤੋਂ ਰਾਦਰ, ਜੇ ਆਪਾਂ ਬਹੁਤ ਸਪੈਸੀਫਿਕਲੀ ਗੱਲ ਕਰ ਲਈਏ ਤੇ 6 ਜਨਵਰੀ ਔਨਵਰਡ ਜੋ ਉੱਥੇ ਇਨਸੀਡੈਂਟਸ ਹੋਏ ਨੇ ਜੀ, ਉਹਦੀ ਅਗਰ ਤੁਸੀਂ ਨੂੰ ਮੱਦੇਨਜ਼ਰ ਰੱਖ ਕੇ ਅਗਰ ਤੁਸੀਂ ਦੇਖੋ ਤਾਂ ਬਹੁਤ ਹੀ ਔਖਾ ਟਾਈਮ ਜਿਹੜਾ ਆ ਉਹ ਦੇਖਿਆ ਆ US ਨੇ, ਔਰ ਕਦੀ ਉਹਨਾਂ ਦੇ ਪਿਛਲੇ ਇੰਨੇ ਸਾਲਾਂ ਦੀ ਹਿਸਟਰੀ ਦੇ ਵਿੱਚ ਇਹ ਸਮਾਂ ਕਦੀ ਨਹੀਂ ਸੀ ਆਇਆ ਕਿ ਜਿਹੜੀ ਟ੍ਰਾਂਸਫਰ ਆਫ ਪਾਵਰ ਹੈ ਉਹਨੂੰ ਲੈ ਕੇ ਇੰਨਾ ਕਨਫਿਊਜ਼ਨ ਔਰ ਇੰਨੀ ਜਿਹਨੂੰ ਕਹਿ ਸਕਦੇ ਆ ਵੀ ਨੈਗੇਟਿਵਿਟੀ, ਔਰ ਮੁਲਕ ਜਿਹੜਾ ਆ ਉਹ ਅੱਜ ਡਿਵਾਈਡਡ ਖੜਾ ਹੈ। ਸੋ 46ਵੇਂ ਪ੍ਰੈਜ਼ੀਡੈਂਟ ਦੇ ਵੱਲੋਂ ਇਹਨਾਂ ਨੇ ਐਜ਼ 46th ਪ੍ਰੈਜ਼ੀਡੈਂਟ ਜੋ ਬਾਈਡਨ ਨੇ ਸਹੁੰ ਚੱਕਣੀ ਜੀ, ਤੇ ਉਹ ਜੋ ਵੀ ਹੁਣ ਤੱਕ ਇੱਕ ਨਾਰਮਲ ਪ੍ਰੋਟੋਕਾਲ ਰਿਹਾ, ਇੱਕ ਨਾਰਮਲ ਟ੍ਰੈਡੀਸ਼ਨ ਰਹੀ ਹੈ ਜਿਹੜੇ ਪ੍ਰੈਜ਼ੀਡੈਂਸ਼ੀਅਲ ਇਨੋਗ੍ਰੇਸ਼ਨਸ ਦੀ, ਉਹਦੇ ਤੋਂ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਹਟ ਕੇ ਰਣਜੀਤ ਜੀ ਦੇਖਣ ਨੂੰ ਮਿਲ ਰਹੀਆਂ ਨੇ ਜੀ। ਫੋਰ ਐਗਜ਼ਾਮਪਲ 25,000 ਨੈਸ਼ਨਲ ਗਾਰਡ ਜਿਹੜੀ ਆ ਉਹ ਡਿਪਲੋਇਡ ਆ, ਔਰ ਪੂਰਾ ਜਿਹੜਾ ਕੈਪੀਟਲ ਹੈ ਜੀ ਉਹ ਇੱਕ ਫੋਰਟਰੈਸ ਵਿੱਚ ਬਦਲ ਦਿੱਤਾ ਗਿਆ। ਸੋ ਇਹੋ ਜਿਹੇ ਹਾਲਾਤ ਜਿਹੜੇ ਸੀਗੇ US ਨੇ ਕਦੀ ਵੀ ਨਹੀਂ ਸੀ ਦੇਖੇ। ਜਦੋਂ ਤੋਂ ਰਿਜ਼ਲਟਸ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ ਗਏ ਨੇ, ਉਹਨਾਂ ਨੇ ਆਪਣੀ ਹਾਰ ਜਿਹੜੀ ਆ ਕਬੂਲੀ ਨਹੀਂ ਜੀ। ਤੇ ਜੇ ਤੁਸੀਂ ਇਲੈਕਟੋਰਲ ਵੋਟ ਦੀ ਸਟੇਟਸ ਨੂੰ ਅਗਰ ਲੈ ਕੇ ਚੱਲੋ ਤਾਂ ਫਾਈਨਲੀ 306 ਇਲੈਕਟੋਰਲ ਕਾਲਜ ਵੋਟਸ ਜਿਹੜੀਆਂ ਨੇ ਉਹ ਬਾਈਡਨ ਦੇ ਫੇਵਰ 'ਚ ਗਈਆਂ ਤੇ 232 ਜਿਹੜੀਆਂ ਨੇ ਉਹ ਪ੍ਰੈਜ਼ੀਡੈਂਟ ਟਰੰਪ ਦੇ ਹੱਕ ਵਿੱਚ ਸੀਗੀਆਂ ਜੀ। ਤੇ ਹੁਣ ਉਸ ਸਿਚੁਏਸ਼ਨ ਦੇ ਵਿੱਚ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਜਿਸ ਤਰੀਕੇ ਨਾਲ ਜਦੋਂ ਬਰਾਕ ਓਬਾਮਾ ਨੇ ਇਹਨਾਂ ਨੂੰ ਪ੍ਰੈਜ਼ੀਡੈਂਟਸ਼ਿਪ, ਜਦੋਂ ਇਹਨਾਂ ਦੀ ਇਨਾਗੂਰੇਸ਼ਨ ਸੀਗੀ, ਇੱਕ ਬਹੁਤ ਅੱਛੇ ਮਾਹੌਲ ਦੇ ਵਿੱਚ ਇਹਨਾਂ ਨੂੰ ਜਿਸ ਤਰੀਕੇ ਨਾਲ ਰਵਾਇਤੀ ਤਰੀਕਾ ਇਹਨਾਂ ਦਾ ਰਿਹਾ ਆ, ਉਸ ਤਰੀਕੇ ਨਾਲ ਵੱਧ ਚੜ ਕੇ ਇਹਨਾਂ ਨੂੰ ਨਿੱਘਾ ਇੱਕ ਵੈਲਕਮ ਦਿੱਤਾ, ਉਸ ਤਰੀਕੇ ਦੀ ਰੈਸੀਪ੍ਰੋਕਲ ਬੇਸਿਸ ਤੇ ਇਹਨਾਂ ਵੱਲੋਂ ਬਣਦੀ ਸੀਗੀ। ਪਰ ਡੋਨਲਡ ਟਰੰਪ ਨੇ ਜਦੋਂ ਤੋਂ ਪ੍ਰੈਜ਼ੀਡੈਂਟ ਬਣੇ ਉਦੋਂ ਤੋਂ ਹੀ ਉਹਨਾਂ ਨੇ ਜਿਹੜੀਆਂ ਗੱਲਾਂ ਨੇ ਉਹ ਬਹੁਤ ਹੀ ਡਿਫਰੈਂਟ ਔਰ ਵੀਅਰਡ ਤਰੀਕੇ ਨਾਲ ਹੈਂਡਲ ਕੀਤੀਆਂ ਨੇ। ਸੋ ਐਸ ਫਾਰ ਐਜ਼ ਕਰਟਸੀ ਇਜ਼ ਕੰਸਰਨਡ ਜਾਂ ਉਹਨਾਂ ਤੋਂ ਤੁਸੀਂ ਕੋਈ ਨਾਰਮਲ ਬਿਹੇਵੀਅਰ ਐਕਸਪੈਕਟ ਕਰਦੇ ਤੇ ਸ਼ਾਇਦ ਉਹ ਵੀ ਗਲਤ ਸੀਗਾ। ਸੋ ਉਹ ਸਵੇਰੇ ਹੀ ਆਪਣੀ ਫਲਾਈਟ ਫੜ ਕੇ ਫਲੋਰੀਡਾ ਨਿਕਲ ਜਾਣਗੇ ਤੇ ਉਹਨਾਂ ਨੇ ਜਿਹੜੀ ਇਨਾਗੂਰੇਸ਼ਨ ਆ ਉਹ ਅਟੈਂਡ ਵੀ ਨਹੀਂ ਕਰਨੀ। ਇੱਥੇ ਤੱਕ ਕਿ ਰਣਜੀਤ ਜੀ, ਜੇ ਤੁਸੀਂ ਉਹਨਾਂ ਨੇ ਤਕਰੀਬਨ 20 ਮਿੰਟ ਦਾ ਇੱਕ ਵੀਡੀਓ ਅੱਜ ਜਿਹੜਾ ਆ ਉਹ ਜਿਹੜਾ ਪਬਲਿਕ ਐਡਰੈਸ ਕੀਤੀ ਹੈ ਉਹ ਜਿਹੜਾ ਸਾਹਮਣੇ ਆਇਆ ਆ, ਤੇ ਕਿਉਂਕਿ ਟਵਿੱਟਰ ਨੇ ਤੁਹਾਨੂੰ ਪਤਾ ਉਹਨਾਂ ਨੂੰ ਬੈਨ ਕਰਤਾ ਆ ਇਨਡੈਫੀਨਿਟ ਟਾਈਮ ਵਾਸਤੇ, ਅਦਰਵਾਈਜ਼ ਤਾਂ ਬਹੁਤ ਕੁਝ ਉਹ ਟਵਿੱਟਰ ਦੇ ਰਾਹੀਂ ਕਹਿੰਦੇ ਜਾਂ ਉਹਨਾਂ ਦੇ ਐਕਸਪ੍ਰੈਸ਼ਨਸ ਜਿਹੜੇ ਸੀਗੇ ਉਹ ਸਾਨੂੰ ਰੂਟੀਨ 'ਚ ਦੇਖਣ ਨੂੰ ਮਿਲਦੇ। ਸੋ ਉਹਨਾਂ ਨੇ ਜਿਹੜਾ ਵੀਡੀਓ ਵੀ ਜਿਹੜਾ ਕੀਤਾ ਆ ਉਹਦੇ ਵਿੱਚ ਵੀ ਉਹਨਾਂ ਨੇ ਆਪਣੇ ਹੀ ਜਿਹੜੀ ਅਚੀਵਮੈਂਟਸ ਨੇ ਉਹ ਵਧਾ ਚੜਾ ਕੇ ਜਿਹੜੀਆਂ ਗੱਲਾਂ ਕੀਤੀਆਂ ਨੇ। ਚਾਹੇ ਉਹਨਾਂ ਨੇ ਕਿਹਾ ਕਿ ਜੀ ਮੈਂ ਸਭ ਤੋਂ ਵਧੀਆ ਗਰਾਊਂਡ ਬ੍ਰੇਕਿੰਗ, ਮਤਲਬ ਜਿਹੜਾ ਵਰਡ ਯੂਜ਼ ਕੀਤਾ ਕਿ ਮੈਂ ਗਰਾਊਂਡ ਬ੍ਰੇਕਿੰਗ ਜਿਹੜੀ ਨੈਗੋਸੀਏਸ਼ਨਸ ਕੀਤੀਆਂ ਨੈਫਟਾ ਨੂੰ ਲੈ ਕੇ, ਤੇ USMCA ਜਿਹੜਾ ਯੂਨਾਈਟਿਡ ਸਟੇਟਸ, ਮੈਕਸੀਕੋ ਤੇ ਕੈਨੇਡਾ ਦੇ ਵਿੱਚ ਜਿਹੜੀ ਡੀਲ ਹੋਈ ਆ ਉਹ ਗਰਾਊਂਡ ਬ੍ਰੇਕਿੰਗ ਸੀਗੀ। ਮੈਂ ਚਾਈਨਾ ਦੇ ਨਾਲ ਜਿਹੜਾ ਹਿਸਟੋਰਿਕ ਤੇ ਮੋਨੂਮੈਂਟਲ ਟੈਰਿਫਸ, ਮਤਲਬ ਵਰਡ ਵੀ ਇੱਦਾਂ ਦੇ ਲਗਾਏ ਆ ਵੀ ਜਿਹੜੇ ਮਤਲਬ ਦੇਖਣ ਨੂੰ ਹੀ ਸੁਣਨ ਨੂੰ ਹੀ ਬੜੇ ਸੁਪਰਫਲੂਅਸ ਜਿਹੜੇ ਲੱਗਦੇ ਆ। ਫਿਰ ਉਹਨਾਂ ਨੇ ਆਪਣੀ ਅਚੀਵਮੈਂਟਸ ਵਿੱਚ ਇਹ ਵੀ ਗਿਣਾਇਆ ਕਿ ਮੈਂ ਟਰਾਂਸ ਪੈਸੀਫਿਕ ਜਿਹੜੀ ਟ੍ਰੇਡ ਪਾਰਟਨਰਸ਼ਿਪ ਸੀਗੀ ਮੈਂ ਉਹਦੇ ਚੋਂ ਵਿਡਰਾਅ ਕਰ ਲਿਆ, ਪੈਰਿਸ ਐਗਰੀਮੈਂਟ ਚੋਂ ਮੈਂ ਵਿਡਰਾਅ ਕਰ ਲਿਆ। ਸੋ ਜਿਹੜੀਆਂ ਗੱਲਾਂ ਇਹ ਆਪਣੀ ਅਚੀਵਮੈਂਟ ਦੱਸ ਰਹੇ ਆ। ਹੁਣ ਮਜ਼ੇਦਾਰ ਗੱਲ ਇਹ ਹੈਗੀ ਆ ਕਿ ਐਸ ਪਰ ਲੀਕਡ ਇਨਫੋਰਮੇਸ਼ਨ ਜਿਹੜੀ ਬਾਈਡਨ ਸਾਹਿਬ ਦੇ ਜਿਹੜੇ ਚੀਫ ਹੈਗੇ ਨੇ, ਚੀਫ ਆਫ ਸਟਾਫ, ਉਹਨਾਂ ਦੇ ਮੈਮੋ ਤੋਂ ਜੋ ਪਤਾ ਲੱਗਦਾ ਆ, ਤੇ ਪਹਿਲੇ ਹੀ ਦਿਨ ਜਿਹੜੇ ਐਗਜ਼ੈਕਟਿਵ ਆਰਡਰਸ ਉਹਨਾਂ ਨੇ ਆਪਣਾ ਇਸ਼ੂ ਕਰਨੇ ਨੇ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਆ ਉਹ ਵਾਪਸ ਪੈਰਿਸ ਐਗਰੀਮੈਂਟ ਦੇ ਵਿੱਚ ਜਾਣਾ ਹੈ। ਸੋ ਤੁਸੀਂ ਕੰਟਰਾਸਟ ਦੇਖੋ ਕਿੰਨਾ, ਇੱਕ ਜਿਹੜਾ ਆ ਉਹਦੇ ਚੋਂ ਬਾਹਰ ਨਿਕਲਣ ਨੂੰ ਆਪਣੀ ਅਚੀਵਮੈਂਟ ਦੱਸ ਰਿਹਾ,
ਜਿਹੜਾ ਇਨਕਮਿੰਗ ਪ੍ਰੈਜ਼ੀਡੈਂਟ ਆ ਉਹਨੇ ਇਹ ਗੱਲ ਕਹਿਣੀ ਹੈ ਕਿ ਜੀ ਨਹੀਂ, ਅਸੀਂ ਵਾਪਸ ਉਸ ਐਗਰੀਮੈਂਟ 'ਚ ਸਟੈਂਡ ਕਰਦੇ ਹਾਂ ਜਿਸ ਤਰੀਕੇ ਨਾਲ ਉਦੋਂ US ਨੇ ਅੰਡਰ ਦਾ ਲੀਡਰਸ਼ਿਪ ਆਫ ਪ੍ਰੈਜ਼ੀਡੈਂਟ ਬਰਾਕ ਓਬਾਮਾ ਕੀਤਾ ਸੀ। ਸੋ ਇਹ ਜਿਹੜੀਆਂ ਕੰਟਰਾਸਟਿੰਗ ਉਹਨਾਂ ਦਾ ਨੇਚਰ ਆ, ਉਹਨਾਂ ਦਾ ਸਟਾਈਲ ਆ। ਉਹਨਾਂ ਨੇ ਇੱਕ ਵੀ ਵਰਡ ਜਿਹੜਾ ਆ ਉਹ ਜੋ ਬਾਈਡਨ ਦੇ ਜਾਂ ਉਹਨਾਂ ਦੀ ਫੈਮਿਲੀ ਦੇ ਰਿਗਾਰਡਿੰਗ ਕੋਈ ਵੀ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਉਹਨਾਂ ਨੇ ਜੇ ਐਡਰੈਸ ਵੀ ਕੀਤਾ ਤੇ ਇਨਕਮਿੰਗ ਕਹਿ ਕੇ ਗੱਲ ਕੀਤੀ ਹੈ ਵੀ ਜਿੱਦਾਂ ਜਿਹੜਾ ਆ ਰਿਹਾ ਆ ਉਹਨੂੰ। ਸੋ ਐਦਾਂ ਮਤਲਬ ਇੱਕ ਬਿਹੇਵੀਅਰ ਉਹਨਾਂ ਦਾ ਐਟੀਟਿਊਡ ਜਿਹੜਾ ਨੈਗੇਟਿਵ। ਪਰ ਗੱਲ ਤੇ ਹੈ ਨਾ ਕਿ ਜਿਹੜਾ ਉਹਨਾਂ ਤੋਂ ਐਕਸਪੈਕਟ ਕੀਤਾ ਜਾ ਰਿਹਾ ਸੀ ਉਸੇ ਤਰੀਕੇ ਨਾਲ ਉਸੇ ਤੇ ਪੂਰੇ ਖਰੇ ਉਤਰੇ ਗਲਤ ਨਹੀਂ ਕਰ ਰਹੇ। ਬਿਲਕੁਲ ਜੀ, ਬਿਲਕੁਲ। ਜਿੱਦਾਂ ਅਸੀਂ ਛੋਟੇ ਹੁੰਦੇ ਸੀਗੇ ਤੇ ਉਹ ਪਿੰਡਾਂ ਦੇ ਵਿੱਚ ਸੱਪ ਨਿਕਲਿਆ ਤੇ ਸਾਡੇ ਬਜ਼ੁਰਗ ਸੀਗੇ, ਉਹਨਾਂ ਨੇ ਜਦੋਂ ਸੱਪ ਮਾਰਿਆ ਉਹ ਪੂਰੀ ਤਰ੍ਹਾਂ ਮਰਿਆ ਨਹੀਂ ਸੀਗਾ ਤੇ ਉਹ ਆਪਸ 'ਚ ਨਾ ਉਹ ਆਪਣੇ ਆਪ ਨੂੰ ਚੱਕੀਆਂ ਵੱਢੇ ਜੀ। ਤੇ ਮੈਂ ਛੋਟਾ ਸੀ, ਮੈਂ ਕਿਉਰਿਓਸਿਟੀ ਨਾਲ ਪੁੱਛ ਲਿਆ ਵੀ ਬਾਪੂ ਜੀ ਵੀ ਇਹ ਕੀ ਕਰ ਰਿਹਾ? ਉਹ ਕਹਿੰਦੇ ਵੀ ਇਹ ਵਿਸ ਘੋਲ ਰਿਹਾ, ਵੀ ਗੁੱਸਾ ਦਿਖਾ ਰਿਹਾ। ਸੋ ਉਹ ਮੈਨੂੰ ਐਗਜ਼ਾਮਪਲ ਇਸ ਕਰਕੇ ਯਾਦ ਆ ਗਈ ਵੀ ਉਹ ਟਰੰਪ ਸਾਹਿਬ ਅਜੇ ਵੀ ਵਿਸ ਘੋਲੀ ਜਾ ਰਹੇ ਨੇ। ਜੇ ਉਹ ਇਹ ਕੁਝ ਨਾ ਕਰਦੇ ਤੇ ਫਿਰ ਉਹਨਾਂ ਨੂੰ ਡੋਨਲਡ ਟਰੰਪ ਨਾ ਕਹਿੰਦੇ, ਫਿਰ ਸਭ ਨੂੰ ਸ਼ੱਕ ਹੋਣਾ ਸੀ ਵੀ ਟਰੰਪ ਸਾਹਿਬ ਕਰ ਕੀ ਰਹੇ ਨੇ ਹਨਾ। ਉਹ ਤੇ ਇਸ ਤੋਂ ਵੀ ਸ਼ਾਇਦ ਜ਼ਿਆਦਾ ਕੁਝ ਕਰ ਸਕਦੇ ਸੀ। ਮੈਨੂੰ ਲੱਗਦਾ ਕਿ ਬਹੁਤ ਕੰਟਰੋਲਡ ਕੰਮ ਕਰ ਰਹੇ ਨੇ। ਅਜੇ ਵੀ ਰਣਜੀਤ ਜੀ ਅਜੇ ਕੁਝ ਘੰਟੇ ਬਾਕੀ ਨੇ, ਅਜੇ ਵੀ ਕੁਝ ਵੀ ਕਰ ਸਕਦੇ ਨੇ। ਨਹੀਂ, ਆਪਾਂ ਉਹਨਾਂ ਤੋਂ ਕੋਈ ਜ਼ਿਆਦਾ ਹੁਣ ਉਮੀਦ ਰੱਖਣੀ ਨਹੀਂ ਕਿ ਜੋ ਕੁਝ ਕਰ ਚੁੱਕੇ ਨੇ ਬਸ ਉੱਥੇ ਹੀ ਉਹ ਠੀਕ ਰਹਿਣ। ਤੇ ਜਿਹੜੇ ਨਵੇਂ ਰਾਸ਼ਟਰਪਤੀ ਚੁਣੇ ਗਏ ਨੇ, ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਭਾਵੇਂ ਜਿਹੜੇ ਨਵੇਂ ਰਾਸ਼ਟਰਪਤੀ ਚੁਣੇ ਜਾ ਰਹੇ ਨੇ ਅਮਰੀਕਨਸ ਨੇ ਉਹਨਾਂ ਨੂੰ ਚੁਣਿਆ ਹੈ, ਪਰ ਕੈਨੇਡਾ ਵਾਲੇ ਵੀ ਇਹ ਸਮਝ ਰਹੇ ਨੇ ਕਿ ਵੀ ਸ਼ਾਇਦ ਕੈਨੇਡਾ ਦੇ ਸੰਬੰਧ ਵੀ ਜਿਹੜੇ ਨੇ ਅਮਰੀਕਾ ਨਾਲ ਵਧੀਆ ਹੋਣਗੇ, ਪਰ ਅਲਬਰਟਾ ਵਾਸੀਆਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਥੋੜੀਆਂ ਜਿਹੀਆਂ ਵਧੀਆਂ ਹੋਈਆਂ। ਬਿਲਕੁਲ ਜੀ, ਬਿਲਕੁਲ। ਦੇਖੋ ਕੀਸਟੋਨ ਪਾਈਪਲਾਈਨ ਦਾ ਅਗਰ ਐਗਰੀਮੈਂਟ ਜਿਹੜਾ ਆ, ਅਗਰ ਉਹ ਪਰਮਿਟ ਜਿਹੜਾ ਆ ਅਗਰ ਟਰਮੀਨੇਟ ਕਰਦੇ ਆ ਤੇ ਉਹ ਅਲਬਰਟਾ ਵਾਸਤੇ ਵੱਡਾ ਸੈਟਬੈਕ ਹੋਏਗਾ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ। ਪਰ ਤੁਸੀਂ ਦੂਜੀ ਪਾਸੇ ਕੰਟਰਾਸਟਿੰਗ ਦੇਖੋ, ਅੱਜ ਉਹ ਵੀ ਇੱਕ ਮਜ਼ੇਦਾਰ ਨਿਊਜ਼ ਜਿਹੜੀ ਆ ਹੁਣੀ ਮੈਂ ਕਹਾਂਗਾ ਕਿ ਘੰਟਾ ਕੁ ਪਹਿਲਾਂ ਜਿਹੜੀ ਹੈ ਉਹ ਨਿਊਜ਼ ਵਿੱਚ ਆਈ ਹੈ, ਦੇਖੀ ਗਈ ਹੈ ਕਿ ਜਿਹੜੇ ਵਾਈਸ ਪ੍ਰੈਜ਼ੀਡੈਂਟ ਪੈਂਸ ਹੈ ਉਹ ਡੋਨਲਡ ਟਰੰਪ ਦੀ ਜਿਹੜੀ ਫੇਅਰਵੈਲ ਪਾਰਟੀ ਆ ਉਹ ਸ਼ਾਇਦ ਅਟੈਂਡ ਨਾ ਕਰਨ। ਹੁਣ ਇਹ ਵੀ ਇੱਕ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੈ। ਉਹਦਾ ਰੀਜ਼ਨ ਇਹ ਹੈਗਾ ਕਿ ਦੇਖੋ ਹਰ ਗੱਲ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਪੈਂਸ ਸੀਗੇ ਉਹਨਾਂ ਨੂੰ ਡਿਫੈਂਡ ਕਰਦੇ ਆਏ, ਹਰ ਚੀਜ਼ ਤੇ ਹਰ ਐਕਸ਼ਨ ਨੂੰ ਇਹ ਕਹਿੰਦੇ ਆਏ ਅੱਜ ਤੱਕ ਕਿ ਨਹੀਂ ਜੋ ਡੋਨਲਡ ਟਰੰਪ ਕਰ ਰਹੇ ਨੇ ਔਰ ਜੋ ਸਟੈਪ ਲੈ ਰਹੇ ਨੇ, ਜੋ ਐਕਸ਼ਨ ਲੈ ਰਹੇ ਨੇ ਉਹ ਬਿਲਕੁਲ ਠੀਕ ਆ, ਉਹ ਜਸਟੀਫਾਈਡ ਆ। ਕਿਤੇ ਵੀ ਗਏ ਨੇ ਤੇ ਉਹਨਾਂ ਨੇ ਡੋਨਲਡ ਟਰੰਪ ਨੂੰ ਹੀ ਅੱਗੇ ਰੱਖਿਆ ਔਰ ਉਹਨਾਂ ਦੀ ਹਰ ਪਾਲਿਸੀ ਨੂੰ, ਹਰ ਗੱਲ ਨੂੰ, ਇੱਕ ਇੱਕ ਅੱਖਰ ਨੂੰ ਮਤਲਬ ਸਪੋਰਟ ਕਰਨ ਤੱਕ ਹੋ ਗਏ ਆ। ਲੇਕਿਨ ਅਗਰ ਐਂਡਿੰਗ ਡੇਜ਼ ਦੇ ਵਿੱਚ ਖਾਸ ਕਰਕੇ ਜਨਵਰੀ 6 ਦੀਆਂ ਡਿਵੈਲਪਮੈਂਟਸ, ਜਦੋਂ ਕਿ ਇਲੈਕਟੋਰਲ ਕਾਲਜ ਵੋਟਸ ਜਿਹੜੀਆਂ ਸੀਗੀਆਂ ਜਦੋਂ ਉਹ ਰਜਿਸਟਰ ਹੋਣੀਆਂ ਸੀਗੀਆਂ ਕਾਊਂਟਿੰਗ ਤੋਂ ਬਾਅਦ ਔਰ ਓਫੀਸ਼ੀਅਲੀ ਜੋ ਬਾਈਡਨ ਜਿਹੜੇ ਨੇ ਪ੍ਰੈਜ਼ੀਡੈਂਟ ਇਲੈਕਟ ਨੂੰ ਡਿਕਲੇਅਰ ਕਰਨਾ ਸੀਗਾ ਕਿ ਯੈਸ ਉਹ ਓਫੀਸ਼ੀਅਲੀ ਹੁਣ ਆਉਣ ਵਾਲੇ ਪ੍ਰੈਜ਼ੀਡੈਂਟ ਹੋਣਗੇ, ਤੇ ਉਦੋਂ ਇਹਨਾਂ ਨੇ ਐਕਸਪੈਕਟ ਕੀਤਾ ਸੀਗਾ ਕਿ ਜਿਸ ਤਰ੍ਹਾਂ ਇਹ ਚਾਹੁੰਦੇ ਸੀਗੇ ਕਿ ਜਿਹੜੇ ਵਾਈਸ ਪ੍ਰੈਜ਼ੀਡੈਂਟ ਪੈਂਸ ਹੈਗੇ ਨੇ ਉਹ ਇਸ ਸਿਸਟਮ ਨੂੰ ਇਸ ਕਾਊਂਟਿੰਗ ਨੂੰ ਬਲੌਕ ਕਰਨ ਤੇ ਇਹ ਗੱਲ ਕਹਿਣ ਕਿ ਨਹੀਂ ਇਹ ਜਿਹੜਾ ਸਿਸਟਮ ਸੀਗਾ ਇਲੈਕਸ਼ਨ ਦਾ ਉਹ ਬੜਾ ਫਲॉड ਸੀਗਾ, ਬੜੀ ਹੇਰਾਫੇਰੀ ਹੋਈ ਹੈ ਲਾਰਜ ਸਕੇਲ, ਤੇ ਜਿਹੜੇ ਸਟੇਟਸ ਨੇ, ਪ੍ਰੋਵਿੰਸਸ ਨੇ, ਉਹ ਵਾਪਸ ਮਤਲਬ ਜਿਹੜੀਆਂ ਕਾਊਂਟਿੰਗ ਕਰਨ ਤੇ ਸਾਨੂੰ ਜਿਹੜੇ ਫੈਕਟਸ ਐਂਡ ਫਿਗਰਸ ਦੇਣ। ਹੁਣ ਜਦੋਂ ਵਾਈਸ ਪ੍ਰੈਜ਼ੀਡੈਂਟ ਪੈਂਸ ਨੇ ਉਹ ਇਹਨਾਂ ਦਾ ਫੈਸਲਾ ਨਹੀਂ ਮੰਨਿਆ ਤੇ ਉਹਨਾਂ ਨੇ ਐਂਡੋਰਸ ਕੀਤੀ ਕਿ ਜੋ ਇਲੈਕਟੋਰਲ ਕਾਲਜ ਦੀ ਕਾਊਂਟਿੰਗ ਹੈ ਔਰ ਜਿਹੜਾ ਇਲੈਕਸ਼ਨ ਹੁਣ ਤੱਕ ਹੋ ਕੇ ਜਿਹੜੇ ਰਿਜ਼ਲਟ ਸਾਹਮਣੇ ਆਏ ਨੇ ਵੀ ਮੈਂ ਉਹਦੀ ਰਿਸਪੈਕਟ ਕਰਦਾ ਹਾਂ ਤੇ ਉਹ ਬਿਲਕੁਲ ਆਥੈਂਟਿਕ ਆ। ਉਦੋਂ ਤੋਂ ਹੀ ਇਹਨਾਂ ਦੇ ਵਿੱਚ ਜਿਹੜੇ ਨੇ ਡਿਫਰੈਂਸਸ ਜਿਹੜੇ ਨੇ ਵਧਣੇ ਸ਼ੁਰੂ ਹੋ ਗਏ ਤੇ ਇਹਨਾਂ ਨੇ ਪਬਲਿਕਲੀ ਮਤਲਬ ਇੱਕ ਤਰੀਕੇ ਨਾਲ ਸ਼ੋਅ ਕੀਤਾ ਕਿ ਵੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਪੈਂਸ ਹੈਗੇ ਨੇ ਉਹ ਸਪਾਈਨਲੈਸ ਹੈਗੇ ਨੇ ਔਰ ਉਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ। ਮਤਲਬ ਉਹਨਾਂ ਨੂੰ ਇਹ ਸ਼ੋਅ ਕੀਤਾ ਵੀ ਜਿਸ ਤਰ੍ਹਾਂ ਬੜਾ ਡਰਪੋਕ ਔਰ ਵੀਕ ਕਰੈਕਟਰ ਦੇ ਪਰਸਨੈਲਿਟੀ। ਹੁਣ ਜਿਸ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਤੁਸੀਂ ਆਲਮੋਸਟ ਆਪਣੇ 98% ਟਾਈਮ ਆਪਣੀ ਜਿਹੜੀ ਤੁਹਾਡੀ ਟੈਨਿਓਰ ਸੀਗੀ ਉਹਦੇ ਵਿੱਚ ਬਿਤਾ ਲਿਆ ਤੇ ਲਾਸਟ ਦੇ 2% ਦੇ ਵਿੱਚ ਤੁਸੀਂ ਆ ਕੇ ਇਹ ਸਿਚੁਏਸ਼ਨ 'ਚ ਆ ਜਾਓ ਕਿ ਜਦੋਂ ਹੁਣ ਤੁਹਾਡੀ ਫੇਅਰਵੈਲ ਵੀ ਹੈਗੀ ਹੈ, ਜਦੋਂ ਤੁਸੀਂ ਫਲਾਈ ਕਰਕੇ ਫਲੋਰੀਡਾ ਜਾਣਾ ਹੈ ਤੇ ਉਹ ਤੁਹਾਡੀ ਫੇਅਰਵੈਲ ਪਾਰਟੀ ਦੀ ਵੀ ਅਟੈਂਡ ਨਾ ਕਰੇ ਔਰ ਉਲਟਾ ਔਨ ਦਾ ਕੰਟਰਰੀ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਹੈ ਉਹਨਾਂ ਦੀ ਇਨਾਗੂਰੇਸ਼ਨ 'ਚ ਪਾਰਟਿਸਿਪੇਸ਼ਨ ਆਪਣੀ ਕਮਿਟ ਕੀਤੀ ਹੈ। ਸੋ ਆਪਣੇ ਆਪ ਨੂੰ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਡਿਸਟੈਂਸ ਕੀਤਾ ਕਿਉਂਕਿ ਜੋ ਵੀ ਹੈਪਨਿੰਗਸ 6 ਜਨਵਰੀ ਨੂੰ ਹੋਈਆਂ ਸੀਗੀਆਂ ਉਹ ਨਾਟ ਓਨਲੀ ਉਹ
ਈਵਨ ਜਿਹੜੇ ਬਾਕੀ ਸੈਨੇਟ ਮੈਂਬਰ ਸੀਗੇ ਉਹ ਬਹੁਤ ਬੁਰੀ ਤਰ੍ਹਾਂ ਕਹਿ ਲਓ ਕਿ ਇੰਟਰਨਲੀ ਸ਼ੇਕਨ ਆ, ਔਰ ਉਹ ਜੋ ਵੀ ਡਿਵੈਲਪਮੈਂਟ ਹੋਈ ਉਹਨੂੰ ਪੋਜ਼ਿਟਿਵ ਨਹੀਂ ਲੈ ਰਹੇ। ਸੋ ਵਾਈਸ ਪ੍ਰੈਜ਼ੀਡੈਂਟ ਨੇ ਆਪਣੀ ਇੱਜ਼ਤ ਹੋਰ ਬਣਾ ਲਈ ਹੈ ਜੀ। ਬੜੀ ਸਟਰੋਂਗ ਪੋਜੀਸ਼ਨ ਉਹਨਾਂ ਨੇ ਕ੍ਰੀਏਟ ਕੀਤੀ ਹੈ ਕਿ ਹੀ ਇਜ਼ ਅ ਮੈਨ ਆਫ ਕੈਰੈਕਟਰ। ਤੁਸੀਂ ਦੇਖੋ ਵੀ ਇੱਕ ਪਾਸੇ ਇਹ ਨਾ ਤਾਂ ਦੋਨੋਂ ਹਸਬੈਂਡ ਵਾਈਫ ਮਲਾਨੀਆ ਟਰੰਪ ਕੋ ਵੀ ਐਕਸਪੈਕਟਡ ਸੀਗਾ ਕਿ ਉਹ ਜਿਲ ਬਾਈਡਨ ਜਿਹੜੀ ਜੋ ਬਾਈਡਨ ਦੀ ਵਾਈਫ ਹੈਗੇ ਔਰ ਹੋਣ ਵਾਲੇ ਫਸਟ ਲੇਡੀ ਨੇ ਵੀ ਉਹਨਾਂ ਨੂੰ ਇਨਵਾਈਟ ਕਰਨ, ਉਹਨਾਂ ਨੂੰ ਇੱਕ ਕਰਟਸੀ ਕਾਲ ਜਿਹੜੀ ਹੈ ਉਹ ਐਕਸਪੈਕਟਡ ਹੁੰਦੀ ਹੈ, ਉਹਨਾਂ ਨੂੰ ਵੈਲਕਮ ਕੀਤਾ ਜਾਣਾ ਵਾਈਟ ਹਾਊਸ ਤੇ ਇੱਕ ਔਰ ਇੱਕ ਕਸਟਮਰੀ ਟ੍ਰਿਪ ਹੁੰਦਾ ਹੈ ਕਿ ਆਓ ਤੁਹਾਨੂੰ ਵਾਈਟ ਹਾਊਸ ਘੁਮਾਈਏ, ਤੁਹਾਨੂੰ ਦਿਖਾਈਏ। ਭਾਵੇਂ ਇੱਥੇ ਮਜ਼ੇਦਾਰ ਗੱਲ ਹੈ ਰਣਜੀਤ ਜੀ ਕਿ 8 ਸਾਲ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਇਹ ਵਾਈਸ ਪ੍ਰੈਜ਼ੀਡੈਂਟ ਸੀਗੇ ਤੇ ਇੱਕ ਵਾਈਟ ਹਾਊਸ ਦਾ ਕਿਹੜੀ ਨੁੱਕਰ ਹੈ ਜਿਹੜੀ ਇਹਨਾਂ ਨੇ ਨਹੀਂ ਵੇਖੀ ਹੋਈ। ਸੋ ਇਹਨਾਂ ਵਾਸਤੇ ਉਹ ਭਾਵੇਂ ਉਹਦਾ ਕੋਈ ਮੀਨਿੰਗ ਨਹੀਂ ਹੈਗਾ, ਪਰ ਤੁਸੀਂ ਰਸਮਾਂ ਨੇ ਜੀ ਬਿਲਕੁਲ। ਔਰ ਪਰ ਤੁਸੀਂ ਉਹਦਾ ਇੰਪੈਕਟ ਦੇਖੋ ਕਿ ਜਦੋਂ ਤੁਹਾਨੂੰ ਵੈਲਕਮ ਕੀਤਾ ਗਿਆ, ਤੁਹਾਨੂੰ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਗਈਆਂ, ਤੇ ਉਸ ਕੇਸ ਦੇ ਵਿੱਚ ਤੁਹਾਡਾ ਅੱਜ ਫਰਜ਼ ਸੀਗਾ ਕਿ ਭਾਵੇਂ ਤੁਹਾਨੂੰ ਲੱਖ ਲੱਗਦਾ ਹੋਏ ਕਿ ਜੋ ਹੋਇਆ ਉਹ ਗਲਤ ਹੋਇਆ, ਜੋ ਕੁਝ ਹੈ, ਪਰ ਤੁਸੀਂ ਜਿਹੜੀ ਪ੍ਰੈਜ਼ੀਡੈਂਟ ਦੀ ਜਿਹੜੀ ਮਰਿਆਦਾ ਆ, ਜਿਹੜੀ ਚੇਅਰ ਦੀ ਮਰਿਆਦਾ, ਉਹਦੇ ਅਗੇਂਸਟ ਤੁਹਾਡਾ ਜਿਹੜਾ ਕੰਮ ਕਰਨਾ ਆ, ਉਹਦੀ ਸ਼ਾਨ ਦੇ ਖਿਲਾਫ ਐਕਸ਼ਨ ਲੈਣਾ ਜਾਂ ਸਟੈਂਡ ਲੈਣਾ, ਉਹਦੀ ਉਹ ਤੁਹਾਨੂੰ ਉਹਦੇ ਤੋਂ ਤੁਹਾਨੂੰ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਸੀ। ਪਰ ਇਹਨਾਂ ਨੂੰ ਇਹ ਲੱਗਦਾ ਹੈ ਕਿ ਆਈ ਐਮ ਦਾ ਬੈਸਟ ਐਂਡ ਆਈ ਐਮ ਦਾ ਓਨਲੀ ਪਰਸਨ ਜਿਹਨੂੰ ਸੱਚਾਈ ਪਤਾ, ਬਾਕੀ ਸਾਰਾ ਵਰਲਡ ਜਿਹੜਾ ਝੂਠਾ ਹੈ। ਵੈਸੇ ਢਿੱਲੋਂ ਸਾਹਿਬ ਇਸ ਵਾਰੀ ਤੇ ਕਿਉਂਕਿ ਟਰੰਪ ਸਾਹਿਬ ਜਿਹੜੇ ਨੇ ਉਹ ਜਿਹੜਾ ਸਹੁੰ ਚੁੱਕ ਸਮਾਗਮ ਉਸ ਵਿੱਚ ਭਾਗ ਨਹੀਂ ਲੈ ਰਹੇ, ਪਰ ਇਹ ਬੜਾ ਇੰਟਰਸਟਿੰਗ ਜਿਹੜਾ ਜੀ ਸਾਰੀ ਜਦੋਂ ਫੇਜ਼ ਹੁੰਦੀ ਹੈ, ਜਦੋਂ ਇੱਕ ਪ੍ਰੈਜ਼ੀਡੈਂਟ ਜਿਹੜਾ ਵਾਈਟ ਹਾਊਸ ਛੱਡਦੇ ਨੇ ਤੇ ਦੂਸਰੇ ਉੱਥੇ ਜਾਂਦੇ ਨੇ ਜੀ, ਬਿਲਕੁਲ ਉਹਦੇ ਵਿੱਚ ਕਈ 100 ਜਿਹੜੇ ਵਰਕਰ ਨੇ ਜੀ ਉਹ ਕੰਮ ਕਰ ਰਹੇ ਹੁੰਦੇ ਨੇ। ਇਹ ਵੀ ਮੈਂ ਪੜ੍ਹਿਆ ਸੀ ਕਿ ਜਦੋਂ ਓਬਾਮਾ ਸਾਹਿਬ ਉੱਥੇ ਆਏ ਸੀ ਕਿ ਉਹ ਕਹਿੰਦੇ ਨੇ ਕਿ ਇੰਨੇ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ ਕਿ ਜਦੋਂ ਪੁਰਾਣੇ ਪ੍ਰੈਜ਼ੀਡੈਂਟ ਨੇ ਉਹ ਘਰੋਂ ਤਿਆਰ ਹੋ ਕੇ ਜਾਂਦੇ ਨੇ, ਆਪਣੀ ਅਖੀਰਲਾ ਉਹਨਾਂ ਦਾ ਈਵੈਂਟ ਹੁੰਦਾ ਹੈ ਜੀ, ਉਹ ਆਪਣਾ ਘਰ ਉਦਾਂ ਹੀ ਛੱਡ ਕੇ ਜਾਂਦੇ ਨੇ ਜਿੱਦਾਂ ਸਮਾਨ ਪਿਆ ਹੁੰਦਾ ਜੀ। ਉਹ ਸਾਰਾ ਸਮਾਨ ਪੈਕ ਕੀਤਾ ਜਾਂਦਾ ਜਦੋਂ ਸਹੁੰ ਚੁੱਕ ਸਮਾਗਮ ਚੱਲ ਰਿਹਾ ਹੁੰਦਾ ਹੈ, ਉਹ ਸਾਰਾ ਸਮਾਨ ਪੈਕ ਕੀਤਾ ਜਾਂਦਾ ਹੈ। ਜਿਹੜੇ ਨਵੇਂ ਪ੍ਰੈਜ਼ੀਡੈਂਟ ਆ ਰਹੇ ਨੇ ਉਹਨਾਂ ਦਾ ਸਾਰਾ ਸਮਾਨ ਵਾਈਟ ਹਾਊਸ ਦੇ ਵਿੱਚ ਇੱਦਾਂ ਰੱਖਿਆ ਜਾਂਦਾ ਹੈ ਕਿ ਜਦੋਂ ਉਹ ਬੈਕ ਪਹੁੰਚਦੇ ਨੇ ਪਹਿਲੀ ਵਾਰੀ ਸਹੁੰ ਚੁੱਕ ਸਮਾਗਮ ਤੋਂ ਬਾਅਦ, ਤੇ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਮੈਂ ਇਸ ਵਾਈਟ ਹਾਊਸ ਦੇ ਵਿੱਚ ਕਈ ਦਿਨਾਂ ਤੋਂ ਰਹਿ ਰਿਹਾ, ਉਹਨਾਂ ਦੀ ਹਰ ਚੀਜ਼ ਜਿਹੜੀ ਹੈ ਉਹ ਪ੍ਰੋਪਰ ਟਿਕਾ ਦਿੱਤੀ ਜਾਂਦੀ ਹੈ। ਬਿਲਕੁਲ ਜੀ, ਆਪਣੇ ਆਪ 'ਚ ਬਹੁਤ ਵੱਡੀ ਐਕਸਰਸਾਈਜ਼ ਆ, ਔਰ ਇਹਨੂੰ ਇੰਨਾ ਪ੍ਰੋਫੈਸ਼ਨਲੀ ਹੈਂਡਲ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਤਿਆਰੀ ਹੁੰਦੀ ਹੈ, ਹਾਈ ਡਿਗਰੀ ਆਫ ਮੈਂ ਕਹੂੰਗਾ ਕਿ ਪ੍ਰੋਫੀਸ਼ੀਐਂਸੀ ਚਾਹੀਦੀ ਹੈ। ਤੇ ਜਿਹੜੀ ਆਪਾਂ ਗੱਲ ਵਾਈਸ ਪ੍ਰੈਜ਼ੀਡੈਂਟ ਪੈਂਸ ਦੀ ਕਰ ਰਹੇ ਸੀਗੇ, ਉਹਦੇ 'ਚ ਇੱਕ ਹੋਰ ਮੈਂ ਇਹ ਗੱਲ ਐਡ ਕਰਾਂ ਉਹਨਾਂ ਦੇ ਕਰੈਕਟਰ ਦੀ। ਉਹਨਾਂ ਨੇ ਬਕਾਇਦਾ ਵਾਈਸ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਹੈਗੇ ਨੇ ਕਮਲਾ ਹੈਰਿਸ, ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਸਾਰੀਆਂ ਜੋ ਟਰੰਪ ਸਾਹਿਬ ਨੂੰ ਕਰਨਾ ਚਾਹੀਦਾ ਸੀ ਉਹ ਵਾਈਸ ਪ੍ਰੈਜ਼ੀਡੈਂਟ ਕਰ ਰਹੇ ਨੇ। ਨਾਟ ਓਨਲੀ ਦੈਟ ਜੀ, ਉਸ ਤੋਂ ਅੱਗੇ ਗਏ ਆ। ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਜਦੋਂ ਉਹ ਜੋ ਬਾਈਡਨ ਜਿਹੜੇ ਸੀਗੇ ਵਾਈਸ ਪ੍ਰੈਜ਼ੀਡੈਂਟ ਸੀਗੇ ਤੇ ਇਹਨਾਂ ਨੇ ਆ ਕੇ ਸਹੁੰ ਚੱਕਣੀ ਸੀ, ਉਹਨਾਂ ਨੇ ਜਿਹੜਾ US 에ਅਰ ਫੋਰਸ 2 ਆ, ਜਿਹੜਾ 에ਅਰ ਫੋਰਸ 1 ਆ ਉਹ ਪ੍ਰੈਜ਼ੀਡੈਂਟ ਦਾ ਹੁੰਦਾ ਤੇ US 에ਅਰ ਫੋਰਸ 2 ਜਿਹੜਾ ਉਹ ਵਾਈਸ ਪ੍ਰੈਜ਼ੀਡੈਂਟ ਦਾ ਹੁੰਦਾ। ਉਹਨਾਂ ਨੂੰ ਦਿੱਤਾ ਗਿਆ ਸੀਗਾ ਵੀ ਮੈਂ ਤੁਹਾਨੂੰ ਭੇਜ ਦਿੰਦਾ ਤੇ ਤੁਸੀਂ ਇਹਦੇ 'ਚ ਬਾਈ ਟਰੈਵਲ ਕਰਕੇ ਤੁਸੀਂ ਆਪਣੀ ਜਿਹੜੀ ਸਹੁੰ ਚੁੱਕ ਸੈਰੇਮਨੀ ਹੈਗੀ ਉਹਦੇ ਵਾਸਤੇ ਪਹੁੰਚੋ। ਤੇ ਇੱਥੇ ਇਹਨਾਂ ਨੇ ਵੀ ਹੁਣ ਉਸੇ ਤਰੀਕੇ ਨਾਲ ਉਹਨਾਂ ਨੂੰ ਆਫਰ ਕੀਤੀ ਹੈ ਕਿ ਮੈਂ 에ਅਰਕ੍ਰਾਫਟ ਤੁਹਾਨੂੰ ਭੇਜ ਦਿੰਦਾ ਤੇ ਤੁਸੀਂ ਉਹਦੇ 'ਚ ਫਲਾਈ ਕਰਕੇ ਆਓ। ਸੋ ਇਹ ਜੋ ਇਹਨਾਂ ਤੋਂ ਐਕਸਪੈਕਟਡ ਸੀਗਾ ਐਜ਼ ਏ ਰਿਸਪੌਂਸਿਬਲ ਵਾਈਸ ਪ੍ਰੈਜ਼ੀਡੈਂਟ ਜਾਂ ਆਊਟਗੋਇੰਗ ਵਾਈਸ ਪ੍ਰੈਜ਼ੀਡੈਂਟ, ਇਹ ਆਪਣਾ ਰੋਲ ਪਲੇ ਕਰ ਰਹੇ ਆ। ਪਰ ਉੱਥੇ ਔਨ ਦਾ ਕੰਟਰਾਸਟ ਉਹਨਾਂ ਨੇ ਆਪਣੇ ਆਪ ਨੂੰ ਡੋਨਲਡ ਟਰੰਪ ਦੇ ਇਸ ਬਿਹੇਵੀਅਰ ਨੂੰ ਸ਼ਾਇਦ ਇੰਟਰਨਲੀ ਬਹੁਤ ਇਰਰਿਸਪੌਂਸਿਬਲ ਸਮਝਿਆ, ਤਾਂ ਕਿ ਔਰ ਉਹਨਾਂ ਨੇ ਜਿਹੜੇ ਵੀ ਸਟੈਂਡ ਲਿੱਤੇ ਨੇ ਉਹ ਸ਼ਾਇਦ ਇਹ ਵੀ ਮੈਸੇਜ ਦੇ ਗਏ ਕਿ ਮੈਂ ਠੀਕ ਹੈ, ਮੈਂ ਉਹਨਾਂ ਦੀ ਟੀਮ ਦਾ ਮੈਂਬਰ ਸੀ ਔਰ ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਆ, ਬਟ ਦੈਟ ਡਜ਼ ਨਾਟ ਮੀਨ ਕਿ ਅਗਰ ਉਹ ਕੋਈ ਗੱਲ ਗਲਤ ਵੀ ਕਰਦੇ ਆ ਤੇ ਮੈਂ ਉਹਦੇ ਤੇ ਹਾਮੀ ਭਰੀ ਨਹੀਂ ਕਰ ਰਿਹਾ। ਅਸੀਂ ਦੱਸ ਦਈਏ ਜੀ ਕਿ ਪੰਜਾਬੀ ਨੈਸ਼ਨਲ ਟੀਵੀ ਦੇ ਉੱਤੇ ਅਸੀਂ ਇਸ ਸਮੇਂ ਪ੍ਰੋਗਰਾਮ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ। ਮੈਂ ਆਪ ਜੀ ਦਾ ਹੋਸਟ ਰਣਜੀਤ ਸਿੱਧੂ ਤੇ ਮੇਰੇ ਨਾਲ ਜੱਗੀ ਢਿੱਲੋਂ ਜੀ। ਇੱਕ ਕਮਰਸ਼ੀਅਲ ਬ੍ਰੇਕ ਲਵਾਂਗੇ ਤੇ ਉਸ ਤੋਂ ਬਾਅਦ ਵਾਪਸ ਹਾਜ਼ਰ ਹੋਵਾਂਗੇ ਬਾਕੀ ਦਾ ਪ੍ਰੋਗਰਾਮ ਲੈ ਕੇ। ਇੱਕ ਕਮਰਸ਼ੀਅਲ ਬ੍ਰੇਕ ਤੇ ਵਾਪਸ ਪਰਤਦੇ ਹਾਂ ਜੀ। ਪੰਜਾਬ ਇੰਸ਼ੋਰੈਂਸ, ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ, ਮਾਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਬਿਹਤਰੀਨ ਸਲਾਹ ਲਈ ਯਾਦ ਕਰੋ ਜਸਜੀਤ ਸਿੰਘ ਬਾਵਾ ਨੂੰ। ਬੱਚਿਆਂ ਲਈ ਖਾਸ ਐਜੂਕੇਸ਼ਨ ਪਲਾਨ ਜਾਂ RRSP ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਵਿਜ਼ਿਟ ਕਰਨ ਆ ਰਿਹਾ ਹੋਵੇ ਜਾਂ ਤੁਸੀਂ ਕਿਤੇ ਟਰੈਵਲ ਕਰਨਾ ਹੋਵੇ ਤਾਂ ਟਰੈਵਲ ਇੰਸ਼ੋਰੈਂਸ ਲਈ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਪੰਜਾਬ ਇੰਸ਼ੋਰੈਂਸ ਦੇ ਭਰੋਸੇਮੰਦ ਬ੍ਰੋਕਰ ਜਸਜੀਤ ਸਿੰਘ ਬਾਵਾ ਨੂੰ ਯਾਦ ਕਰੋ। ਫੋਨ ਨੰਬਰ 780 266 6161 7802666161। ਜੇਕਰ ਆਪਣੇ ਕੋਲ ਪਰਸਨਲ ਇੰਸ਼ੋਰੈਂਸ ਹੈ ਤਾਂ ਸਾਨੂੰ ਤਸੱਲੀ ਰਹਿੰਦੀ ਹੈ ਕਿ
ਜ਼ਿੰਦਗੀ ਵਿੱਚ ਆਉਣ ਵਾਲੀਆਂ ਅਚਨਚੇਤ ਘਟਨਾਵਾਂ ਤੋਂ ਅਸੀਂ ਹਮੇਸ਼ਾ ਸੁਰੱਖਿਅਤ ਹਾਂ। ਇੰਸ਼ੋਰੈਂਸ ਦੀਆਂ ਸੇਵਾਵਾਂ ਨਿਭਾਉਣ ਲਈ ਪੰਜਾਬ ਇੰਸ਼ੋਰੈਂਸ ਦੀ ਸਮੁੱਚੀ ਟੀਮ ਆਪ ਸਭ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ। ਪੰਜਾਬ ਇੰਸ਼ੋਰੈਂਸ। ਕੈਨੇਡਾ ਦੀ ਧਰਤੀ ਤੇ ਪੈਰ ਪਾਉਣਾ ਚਾਹੁੰਦੇ ਹੋ ਜਾਂ ਪੱਕੇ ਵਸਨੀਕ ਬਣਨ ਦੇ ਸੁਪਨੇ ਦੇਖ ਰਹੇ ਹੋ ਤਾਂ ਇਹ ਸੁਪਨੇ ਸਾਕਾਰ ਕਰਨ ਲਈ ਤੁਸੀਂ ਐਡਮਿੰਟਨ ਸ਼ਹਿਰ ਦੀ ਜਾਣੀ ਪਛਾਣੀ ਇਮੀਗ੍ਰੇਸ਼ਨ ਕੰਸਲਟੈਂਸੀ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੇ ICCRC ਤੋਂ ਮਾਨਤਾ ਪ੍ਰਾਪਤ ਮਾਹਿਰਾਂ RCIC ਸਰਦਾਰ ਕਮਲਜੀਤ ਸਿੰਘ ਅਤੇ ਪਰਮਜੀਤ ਕੌਰ ਨੂੰ 780 462 4000 ਅਤੇ 780 709 8600 ਤੇ ਸੰਪਰਕ ਕਰੋ। 912935 ਐਵੀਨਿਊ ਨਾਰਥ ਵੈਸਟ ਐਡਮਿੰਟਨ ਤੇ ਸਥਿਤ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੀ ਟੀਮ ਨੂੰ ਇਮੀਗ੍ਰੇਸ਼ਨਸ ਅਪੀਲ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਐਪਲੀਕੇਸ਼ਨਸ ਲਾਉਣ ਲਈ ਵਿਸ਼ੇਸ਼ ਮੁਹਾਰਤ ਹੈ। ਮੈਂ ਤੇ ਕੈਰੀਅਰ ਪਲੱਸ ਦੀ ਸਾਰੀ ਟੀਮ ਰਿਫਿਊਜ਼ਡ ਐਪਲੀਕੇਸ਼ਨ ਤੇ ਕੰਮ ਕਰਨ ਲਈ ਮਾਹਰ ਹਨ। ਅਸੀਂ ਲੀਗਲ ਵੇ ਦੇ ਨਾਲ ਰਿਫਿਊਜ਼ਡ ਐਪਲੀਕੇਸ਼ਨਾਂ ਨੂੰ ਅਪਰੂਵ ਕਰਾਉਂਦੇ ਹਾਂ। ਜੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਕੈਨੇਡੀਅਨ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਰਿਫਿਊਜ਼ ਹੈ ਤਾਂ ਇੱਕ ਵਾਰੀ ਜ਼ਰੂਰ ਆ ਕੇ ਮਿਲੋ। ਕੈਰੀਅਰ ਪਲੱਸ ਇਮੀਗ੍ਰੇਸ਼ਨ। ऑनर ऑपरेटर्स ਲਈ ਜ਼ਰੂਰੀ ਸੂਚਨਾ। ਲਾਈਟ ਸਪੀਡ ਲੌਜਿਸਟਿਕ ਵਾਲੇ ऑनर ऑपरेटर्स ਹਾਇਰ ਕਰ ਰਹੇ ਨੇ। ਲਾਈਟ ਸਪੀਡ ਲੌਜਿਸਟਿਕ ਅਲਬਰਟਾ BC ਲੇਨ ਤੇ $1.80 ਪਰ ਮਾਈਲ ਪੇ ਕਰ ਰਹੇ ਨੇ। 20 ਸਾਲ ਤੋਂ ਵੱਧ ਟਰੱਕਿੰਗ ਇੰਡਸਟਰੀ 'ਚ ਇੱਕ ਸਥਾਪਿਤ ਨਾਮ ਲਾਈਟ ਸਪੀਡ ਲੌਜਿਸਟਿਕ। ਜੇਕਰ ਤੁਸੀਂ ਅਲਬਰਟਾ BC ਲੇਨ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਲਾਈਟ ਸਪੀਡ ਲੌਜਿਸਟਿਕ ਦੀ ਹਾਇਰਿੰਗ ਟੀਮ ਨੂੰ ਸੰਪਰਕ ਕਰੋ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੁਹਾਡੇ ਸੁਪਨਿਆਂ ਦੀ ਕਾਰ ਲਈ ਇੱਕ ਟਿਕਾਣਾ। ਕੈਲਗਰੀ 에ਅਰਪੋਰਟ ਦੇ ਨੇੜੇ ਮਰਸੀਡੀਜ਼ ਦੀ ਕੈਨੇਡਾ 'ਚ ਸਭ ਤੋਂ ਵੱਡੀ ਡੀਲਰਸ਼ਿਪ। 70 ਦੇ ਕਰੀਬ ਕਾਰਾਂ ਡਿਸਪਲੇ ਤੇ ਹੁੰਦੀਆਂ ਨੇ। ਕਾਰਾਂ ਸੰਬੰਧੀ ਸਾਰੀ ਜਾਣਕਾਰੀ ਗੌਰਵ ਸ਼ਰਮਾ ਜੀ ਤੋਂ ਪੰਜਾਬੀ, ਹਿੰਦੀ, ਉਰਦੂ ਜਾਂ ਇੰਗਲਿਸ਼ ਵਿੱਚ ਗੱਲਬਾਤ ਕਰਕੇ ਲਈ ਜਾ ਸਕਦੀ ਹੈ। ਸਾਰੇ ਪਰਿਵਾਰ ਦੀ ਪਸੰਦ ਦੀ ਕਾਰ ਮਰਸੀਡੀਜ਼ ਬੈਂਜ਼ ਕੰਟਰੀ ਹਿਲ। ਪੰਜਾਬ ਡਰਾਈਵਿੰਗ ਅਕੈਡਮੀ। ਕਾਰ, ਟਰੱਕ ਜਾਂ ਬੱਸ ਦਾ ਡਰਾਈਵਿੰਗ ਲਾਇਸੈਂਸ ਲੈਣ ਲਈ ਯਾਦ ਰੱਖੋ ਪੰਜਾਬ ਡਰਾਈਵਿੰਗ ਅਕੈਡਮੀ। ਇਹ ਕਲਾਸ 1, 2 ਅਤੇ 3 ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਿੰਦੇ ਹਨ। ਪੰਜਾਬ ਡਰਾਈਵਿੰਗ ਅਕੈਡਮੀ ਤੋਂ ਤੁਸੀਂ 에ਅਰ ਬ੍ਰੇਕ ਅਤੇ DDC ਦੀਆਂ ਕਲਾਸਾਂ ਵੀ ਲਾ ਸਕਦੇ ਹੋ। DDC ਕਲਾਸ ਲਾਉਣ ਨਾਲ ਤੁਹਾਨੂੰ ਸਸਤੀ ਇੰਸ਼ੋਰੈਂਸ ਮਿਲ ਸਕਦੀ ਹੈ। ਡਰਾਈਵਿੰਗ ਸਿੱਖਣ ਲਈ ਪੰਜਾਬ ਡਰਾਈਵਿੰਗ ਅਕੈਡਮੀ ਦਾ ਨਾਮ ਅਤੇ ਫੋਨ ਨੰਬਰ ਨੋਟ ਕਰ ਲਓ। 403 903 8200 यूनिट 209 4556 वेस्ट विंड्स ड्राइव नॉर्थ ईस्ट कैलगरी। पंजाब ड्राइविंग अकेडमी। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਹੁਣ 3 ਲੋਕੇਸ਼ਨਸ ਨਾਲ ਕੈਲਗਰੀ ਵਾਸੀਆਂ ਦੀ ਸੇਵਾ ਵਿੱਚ। ਸਾਂਝਾ ਪੰਜਾਬ ਤੋਂ ਹਰ ਪ੍ਰਕਾਰ ਦੀ ਇੰਡੀਅਨ ਅਤੇ ਪਾਕਿਸਤਾਨੀ ਗ੍ਰੋਸਰੀ ਮਿਲਦੀ ਹੈ। ਇਹਨਾਂ ਦੀਆਂ 3 ਲੋਕੇਸ਼ਨਸ ਤੋਂ ਸਾਫ਼ ਸੁਥਰੀਆਂ ਦਾਲਾਂ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਹਰ ਪ੍ਰਕਾਰ ਦੇ ਭਾਂਡੇ ਖਰੀਦ ਸਕਦੇ ਹੋ। ਸਾਂਝਾ ਪੰਜਾਬ ਵਾਲੇ ਕਰੋਨਾ ਦੇ ਟਾਈਮ ਵਿੱਚ ਆਪਣੇ ਸਟਾਫ ਅਤੇ ਕਸਟਮਰਜ਼ ਨੂੰ ਸੁਰੱਖਿਅਤ ਰੱਖਣ ਲਈ ਸਾਰੀਆਂ ਸਾਵਧਾਨੀਆਂ ਵਰਤਦੇ ਹਨ। ਆਪਣੀਆਂ ਗ੍ਰੋਸਰੀ ਲੋੜਾਂ ਲਈ ਅੱਜ ਹੀ ਆਪਣੇ ਨਜ਼ਦੀਕੀ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀ ਲੋਕੇਸ਼ਨ ਤੇ ਪਹੁੰਚੋ। ਸਾਂਝਾ ਪੰਜਾਬ ਗ੍ਰੋਸਰੀ ਸਟੋਰ। ਜੇਕਰ ਤੁਸੀਂ ਇੱਕ ਬਿਜ਼ਨਸ ਓਨਰ ਹੋ ਜਾਂ ਕੋਈ ਪ੍ਰੋਫੈਸ਼ਨਲ ਹੋ, ਤੁਹਾਡਾ ਤੇ ਮੇਰਾ ਮਿਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਬੈਠ ਕੇ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਤੁਹਾਡੇ ਬਿਜ਼ਨਸ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਅਤੇ ਤੁਹਾਡੀ ਫਿਊਚਰ ਵਾਲੀ ਇਨਕਮ ਨੂੰ ਕਿਸ ਤਰ੍ਹਾਂ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ। ਸਟੇਟ ਪਲੈਨਿੰਗ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜਿਹੜੇ ਤੁਹਾਡੇ ਮਿਹਨਤ ਨਾਲ ਬਣਾਏ ਹੋਏ ਐਸੈਟਸ ਨੇ ਉਹ ਤੁਹਾਡੇ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕੀਤੇ ਜਾਣ ਤਾਂ ਕਿ ਤੁਹਾਡੇ ਬੱਚਿਆਂ ਦਾ ਆਪਸ ਵਿੱਚ ਪਿਆਰ ਵੀ ਬਣਿਆ ਰਹੇ। 403 437 4445 ਇਹ ਮੇਰਾ ਫੋਨ ਨੰਬਰ ਹੈ ਜੀ। 403 437 4445। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਟਾਈਮ ਦੇ ਵਿੱਚ। ਮੈਂ ਆਪ ਜੀ ਦਾ ਹੋਸਟ ਰਣਜੀਤ ਸਿੰਘ ਸਿੱਧੂ, ਮੇਰੇ ਨਾਲ ਜੱਗੀ ਢਿੱਲੋਂ ਜੀ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ। ਜਿਹੜੇ ਕਰੰਟ ਕੁਝ ਇਸ਼ੂ ਨੇ ਅੱਜ ਦੇ ਪ੍ਰੋਗਰਾਮ 'ਚ ਵੀ ਅਸੀਂ ਆਪ ਨਾਲ ਡਿਸਕਸ ਕਰ ਰਹੇ ਹਾਂ। ਇੱਥੇ ਫਿਰ ਜਾਣਕਾਰੀ ਦੇ ਦਈਏ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਾਮੀ 7 ਤੋਂ ਲੈ ਕੇ 8 ਵਜੇ ਤੱਕ ਅਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਉੱਤੇ ਇਹ ਪ੍ਰਾਈਮ ਟਾਈਮ ਸ਼ੋਅ ਪੇਸ਼ ਕਰਦੇ ਹਾਂ। ਇਹ ਸ਼ੋਅ ਜਿੱਥੇ ਤੁਸੀਂ ਪੰਜਾਬੀ ਨੈਸ਼ਨਲ ਟੀਵੀ ਘਰੇ ਬਹਿ ਕੇ ਦੇਖ ਸਕਦੇ ਹੋ, ਕੈਲਗਰੀ, ਐਡਮਿੰਟਨ, ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਉੱਥੇ ਹੀ ਤੁਸੀਂ ਇਹ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਉਸ ਦੇ ਉੱਤੇ ਵੀ ਇਸ ਨੂੰ ਲਾਈਵ ਸ਼ੋਅ ਨੂੰ ਦੇਖ ਸਕਦੇ ਹੋ। ਸਾਡੀ ਜਿਹੜੀਆਂ ਵੈਬਸਾਈਟਸ ਨੇ punjabinational.ca ਤੇ punjabinational.tv ਦੇ ਉੱਪਰ ਇਸ ਸ਼ੋਅ ਨੂੰ ਅਤੇ ਬਾਕੀ 24 ਘੰਟੇ 7 ਦਿਨ ਜਿਹੜੇ ਸਾਡੇ ਪ੍ਰੋਗਰਾਮ ਨੇ ਉਹਨਾਂ ਨੂੰ ਵੀ ਤੁਸੀਂ ਸਾਡੀਆਂ ਵੈਬਸਾਈਟਸ ਤੇ ਵੀ ਦੇਖ ਸਕਦੇ ਹੋ। punjabinational.ca, punjabinational.tv ਦੇ ਉੱਤੇ। ਪ੍ਰਾਈਮ ਟਾਈਮ ਦੇ ਇਸ ਸ਼ੋਅ ਨੂੰ ਸਪਾਂਸਰ ਕਰ ਰਹੇ ਨੇ ਮਰਸੀਡੀਜ਼ ਬੈਂਜ਼ ਕੰਟਰੀ ਹਿਲ ਤੋਂ ਗੌਰਵ ਸ਼ਰਮਾ ਜੀ।
ਬ੍ਰਾਂਡ ਸਪੈਸ਼ਲਿਸਟ ਨੇ। ਜੇਕਰ ਤੁਸੀਂ ਮਰਸੀਡੀਜ਼ ਦੀ ਗੱਡੀ ਲੈਣੀ ਹੈ, ਕਾਰ ਲੈਣੀ ਹੈ, ਤਾਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਾਰਾ ਉਸ ਦੇ ਬਾਰੇ ਸਮਝਾ ਦੇਣਗੇ ਗੌਰਵ ਸ਼ਰਮਾ ਜੀ। 403 903 6757 ਮਰਸੀਡੀਜ਼ ਬੈਂਜ਼ ਕੰਟਰੀ ਹਿਲ ਤੋਂ ਗੌਰਵ ਸ਼ਰਮਾ 403 903 6757। ਹਰਪਿੰਦਰ ਸਿੱਧੂ ਇੰਸ਼ੋਰੈਂਸ ਐਕਸਪਰਟ ਨੇ। ਕੋਈ ਵੀ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, RESP ਤੁਸੀਂ ਲੈਣੀ ਹੋਵੇ ਤਾਂ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ ਕਾਲ ਕਰ ਸਕਦੇ ਹੋ 403 404 3500 403 404 3500। ਕੁਆਲਿਟੀ ਟਰਾਂਸਮਿਸ਼ਨ ਦੇ ਪਾਲੀ ਵਿਰਕ, ਕੋਈ ਵੀ ਕਾਰਾਂ ਦੀ ਰਿਪੇਅਰ ਦਾ ਕੰਮ ਹੈ, ਟਰਾਂਸਮਿਸ਼ਨ ਦਾ ਕੰਮ ਹੈ, 403 228 0000। ਬ੍ਰਿਕ ਕਲੀਅਰੈਂਸ ਸੈਂਟਰ ਬਹੁਤ ਵੱਡਾ ਫਰਨੀਚਰ ਸੈਂਟਰ ਹੈ ਜੀ। ਹਰ ਪ੍ਰਕਾਰ ਦਾ ਫਰਨੀਚਰ ਆਪ ਨੂੰ ਬ੍ਰਿਕ ਕਲੀਅਰੈਂਸ ਸੈਂਟਰ ਤੇ ਮਿਲਦਾ ਹੈ। ਖਾਸ ਤੌਰ ਤੇ ਫਰਾਈਡੇ, ਸੈਟਰਡੇ, ਸੰਡੇ 3 ਦਿਨ ਕਲੀਅਰੈਂਸ ਸੇਲ ਲਗਾਉਂਦੇ ਨੇ ਤੇ ਇਸ ਕਲੀਅਰੈਂਸ ਸੇਲ ਦੀ ਡਿਟੇਲ ਜਿਹੜੀ ਹੈ ਪੰਜਾਬੀ ਨੈਸ਼ਨਲ ਹਫਤਾਵਾਰੀ ਜਿਹੜਾ ਅਖਬਾਰ ਹੈ, ਵੀਕਲੀ ਨਿਊਜ਼ਪੇਪਰ ਹੈ ਪੰਜਾਬੀ ਨੈਸ਼ਨਲ, ਉਸ ਦੇ ਵਿੱਚ ਛਪਦੀ ਹੈ। ਉੱਥੋਂ ਤੁਸੀਂ ਸੇਲ ਦੀ ਡਿਟੇਲ ਲੈ ਸਕਦੇ ਹੋ ਤੇ ਪਹੁੰਚ ਸਕਦੇ ਹੋ ਬ੍ਰਿਕ ਕਲੀਅਰੈਂਸ ਸੈਂਟਰ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 403 726 6200। ਲਾਈਟ ਸਪੀਡ ਲੌਜਿਸਟਿਕ ਵਾਲੇ ਹਾਇਰਿੰਗ ਕਰ ਰਹੇ ਨੇ। ਇਹਨਾਂ ਨੂੰ ਅਲਬਰਟਾ BC ਲੈਣ ਵਾਸਤੇ ਓਨਰ ਆਪਰੇਟਰ ਚਾਹੀਦੇ ਨੇ। $1.80 ਪਰ ਮਾਈਲ ਦੇ ਹਿਸਾਬ ਨਾਲ ਪੇ ਕਰ ਰਹੇ ਨੇ। ਲਾਈਟ ਸਪੀਡ ਲੌਜਿਸਟਿਕ 403 483 2802 403 483 2802 ਇਹਨਾਂ ਦਾ ਫੋਨ ਨੰਬਰ ਹੈ ਜੀ। ਤੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਕੁਝ ਕਰੰਟ ਇਸ਼ੂਜ਼ ਤੇ। ਪ੍ਰੋਗਰਾਮ 'ਚ ਅੱਗੇ ਚੱਲ ਕੇ ਮਨਜੀਤ ਸਿੰਘ ਜੀ ਐਡਮਿੰਟਨ ਤੋਂ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੇ। ਕੁਝ ਗੱਲਾਂ ਬਾਤਾਂ ਉਹਨਾਂ ਨਾਲ ਕੀਤੀਆਂ ਜਾਣਗੀਆਂ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਪੰਜਾਬੀ ਦੀਆਂ ਖਬਰਾਂ ਅਸੀਂ ਪੇਸ਼ ਕਰਦੇ ਹਾਂ। ਅਤੇ ਉਸ ਤੋਂ ਬਾਅਦ 8 ਤੋਂ ਲੈ ਕੇ 9 ਵਜੇ ਤੱਕ ਸਾਡੀ ਸਾਂਝ ਪੈਂਦੀ ਹੈ ਜੀ ਰੇਡੀਓ ਦੇ ਉੱਤੇ, ਰੇਡੀਓ ਸੁਰਸੰਗਮ ਦੇ ਉੱਤੇ ਤੇ ਰੇਡੀਓ ਸੁਰਸੰਗਮ ਜੋ ਕਿ SCMO ਸੈੱਟ ਹੈ ਤੇ ਇਸ ਤੋਂ ਇਲਾਵਾ 94.7 FM ਤੇ ਵੀ 8 ਤੋਂ 9 ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਜਿਸ ਵਿੱਚ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਕੀਤੀ ਜਾਂਦੀ ਹੈ। ਢਿੱਲੋਂ ਸਾਹਿਬ, ਇੱਕ ਖਬਰ ਆ ਰਹੀ ਹੈ ਜੀ ਕਿ ਟਰੂਡੋ ਸਾਹਿਬ ਕਹਿ ਰਹੇ ਨੇ ਕਿ ਬਾਹਰ ਜਿਹੜੀ ਵਿਦੇਸ਼ੀ ਯਾਤਰਾ ਕਰਨ ਜਾ ਰਹੇ ਨੇ ਕੈਨੇਡੀਅਨ, ਉਹਨਾਂ ਨੂੰ ਉਹਨਾਂ ਨੇ ਥੋੜਾ ਜਿਹਾ ਕਿਹਾ ਕਿ ਜੇਕਰ ਰੁਕ ਸਕਦੇ ਹੋ ਤਾਂ ਰੁਕ ਜਾਓ ਜੀ। ਨਹੀਂ ਜੀ, ਉਹਨਾਂ ਨੇ ਇਹ ਨਹੀਂ ਕਿਹਾ ਕਿ ਜੇ ਰੁਕ ਸਕਦੇ ਹੋ ਤਾਂ ਰੁਕ ਜਾਓ, ਐਮਰਜੈਂਸੀ ਨਹੀਂ ਹੈ ਤਾਂ ਰੁਕ ਹੀ ਜਾਓ। ਹਾਂ, ਉਹਨਾਂ ਨੇ ਕਿਹਾ ਕਿ ਬਿਲਕੁਲ ਤੁਸੀਂ ਆਪਣੇ ਟ੍ਰਿਪ ਕੈਂਸਲ ਕਰੋ, ਵੀ ਇਹ ਜਿਹੜਾ ਟਾਈਮ ਹੈਗਾ ਆ ਵੈਕੇਸ਼ਨਸ ਵਾਸਤੇ ਨਹੀਂ ਹੈਗਾ। ਰਣਜੀਤ ਜੀ, ਦੇਖੋ ਇਸ ਟਾਈਮ ਦੇ ਉੱਤੇ ਅਸੀਂ ਦੇਖਿਆ ਆ ਕਿ ਮੇਰੇ ਖਿਆਲ ਮਨਜੀਤ ਸਿੰਘ ਸਾਡੇ ਨਾਲ ਜੁਆਇਨ ਸਾਨੂੰ ਕਰ ਚੁੱਕੇ ਨੇ ਜੀ। ਆਪਾਂ ਇਸ ਗੱਲ ਨੂੰ ਕੰਟੀਨਿਊ ਕਰਦੇ ਹਾਂ। ਬਿਲਕੁਲ, ਹਾਂਜੀ, ਹਾਂ ਜੀ, ਹਾਂ ਜ਼ਰੂਰ। ਮਨਜੀਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਨੂੰ ਐਡਮਿੰਟਨ ਸ਼ਹਿਰ ਤੋਂ ਮਨਜੀਤ ਸਿੰਘ ਫਿਰਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਨਜੀਤ ਜੀ। ਕੀ ਅਪਡੇਟਸ ਨੇ ਜੀ ਐਡਮਿੰਟਨ ਸ਼ਹਿਰ ਦੀਆਂ? ਭਾਜੀ, ਅੱਜ ਦੀ ਜਿਹੜੀ ਖਬਰ ਆ ਕੋਵਿਡ ਅਪਡੇਟਸ ਤੋਂ ਸ਼ੁਰੂ ਕਰਾਂਗੇ ਜੀ ਅਸੀਂ। ਜੀ। ਅਲਬਰਟਾ ਦੇ ਵਿੱਚ ਪਿਛਲੇ 24 ਘੰਟੇ ਵਿੱਚ ਜੀ 8200 ਟੈਸਟ ਜਿਹੜੇ ਨੇ ਕੀਤੇ ਗਏ ਹਨ ਔਰ 456 ਜਿਹੜੇ ਨੇ ਪੋਜ਼ਿਟਿਵ ਰਿਪੋਰਟ ਜਿਹੜੇ ਨੇ ਉਹ ਕੇਸਸ ਹੋਏ ਨੇ ਜੀ। ਔਰ ਪੋਜ਼ਿਟਿਵਿਟੀ ਰੇਟ ਜਿਹੜਾ ਹੈ ਜੀ 5.6 ਰਿਹਾ ਹੈ। ਸੂਬੇ ਵਿੱਚ ਇਸ ਵੇਲੇ ਜੀ 11000 ਦੇ ਲਗਭਗ ਐਕਟਿਵ ਕੇਸ ਹਨ। ਅੱਛਾ ਜੀ। ਜਿਨ੍ਹਾਂ ਵਿੱਚੋਂ 740 ਪੇਸ਼ੈਂਟ ਜਿਹੜੇ ਨੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜੇਰੇ ਇਲਾਜ ਹਨ ਔਰ 119 ਪੇਸ਼ੈਂਟ ਜਿਹੜੇ ਨੇ ICU ਦੇ ਵਿੱਚ ਗੰਭੀਰ ਹਾਲਤ ਦੇ ਵਿੱਚ ਹਨ ਜੀ। ਠੀਕ ਹੈ ਜੀ। ਇੱਥੇ ਦੱਸ ਦੇਣਾ ਜ਼ਰੂਰੀ ਹੈ ਕਿ ਅਲਬਰਟਾ ਦੀ ਚੀਫ ਮੈਡੀਕਲ ਆਫੀਸਰ ਡੀਨਾ ਹਿੰਸ਼ਾ ਨੇ ਅੱਜ ਖੁਸ਼ੀ ਜ਼ਾਹਿਰ ਕੀਤੀ ਹੈ ਜੀ ਕਿ ਲਗਾਤਾਰ ਕੁਝ ਦਿਨਾਂ ਤੋਂ ਕੇਸਿਸ ਦੀ ਗਿਣਤੀ ਜਿਹੜੀ ਹੈ ਉਹ ਘਟ ਰਹੀ ਹੈ, ਪਰ ਉਹਨਾਂ ਇਹ ਕਿਹਾ ਕਿ ਜੰਗ ਅਜੇ ਜਿੱਤੀ ਨਹੀਂ ਹੈ ਜੀ। ਫਿਰ ਵੀ ਸਾਰੇ ਅਲਬਰਟਨਸ ਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਕੋਵਿਡ ਦੇ ਖਿਲਾਫ ਜਿਹੜੀ ਜੰਗ ਜਿਹੜੀ ਹੈ ਇਹਨੂੰ ਜਿੱਤ ਸਕੀਏ। ਬਿਲਕੁਲ। ਇਸ ਤੋਂ ਬਾਅਦ ਜੀ ਜਿਹੜੀ ਦੂਜੀ ਖਬਰ ਆ, ਇਹ ਬਹੁਤ ਅਹਿਮ ਖਬਰ ਆ ਜੀ। ਐਡਮਿੰਟਨ ਤੋਂ ਮਿਲਵੁੱਡ ਤੋਂ ਮੈਂਬਰ ਪਾਰਲੀਮੈਂਟ ਨੇ ਸਰਦਾਰ ਟਿਮ ਉੱਪਲ ਜੀ, ਉਹਨਾਂ ਵੱਲੋਂ ਇੱਕ ਬੜਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਜੀ। ਜੀ। ਉਹਨਾਂ ਵੱਲੋਂ ਖਾਲਸਾ ਏਡ ਸੰਸਥਾ ਨੂੰ ਨੋਬਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਕੀਤਾ ਗਿਆ ਹੈ। ਬਿਲਕੁਲ। ਔਰ ਸਰਦਾਰ ਟਿਮ ਉੱਪਲ ਤੋਂ ਇਲਾਵਾ ਬ੍ਰੈਂਪਟਨ ਦੇ ਮੇਅਰ ਮਿਸਟਰ ਪੈਟਰਿਕ ਬਰਾਊਨ ਅਤੇ ਅੰਟਾਰੀਓ ਤੋਂ ਮੰਤਰੀ ਸਰਦਾਰ ਪਰਮਜੀਤ ਸਿੰਘ ਸਰਕਾਰੀਆ ਵੱਲੋਂ ਵੀ ਇਸ ਪ੍ਰਸਤਾਵ ਦੀ ਪੁਸ਼ਟੀ ਕੀਤੀ ਗਈ ਹੈ, ਸਮਰਥਨ ਕੀਤਾ ਗਿਆ ਹੈ ਜੀ। ਜੀ। ਅੱਜ ਮੇਰੇ ਵੱਲੋਂ ਸਰਦਾਰ ਟਿਮ ਉੱਪਲ ਦੇ ਦਫ਼ਤਰ ਨੂੰ ਫੋਨ ਰਾਹੀਂ ਇਹ ਜਿਹੜਾ ਖਬਰ ਹੈ ਇਸ ਦੀ ਪੁਸ਼ਟੀ ਵੀ ਕਰ ਲਈ ਗਈ ਹੈ ਜੀ। ਨੋਮੀਨੇਸ਼ਨ ਦੇ ਨਾਲ ਹੀ ਨਾਲ ਸਰਦਾਰ ਉੱਪਲ ਜੀ ਨੇ ਖਾਲਸਾ ਏਡ ਵੱਲੋਂ ਮਾਨਵਤਾ ਦੀ ਭਲਾਈ ਲਈ ਵੱਖ-ਵੱਖ ਕੀਤੇ ਕੰਮਾਂ ਦੀ ਇੱਕ ਲੰਬੀ ਚੌੜੀ ਲਿਸਟ ਵੀ ਨਾਲ ਨੱਥੀ ਕੀਤੀ ਹੈ ਜੀ। ਖਾਸ ਕਰਕੇ ਉਹਨਾਂ ਨੇ ਖਾਲਸਾ ਏਡ ਵੱਲੋਂ ਕੈਨੇਡਾ ਵਿੱਚ ਜਦੋਂ ਕੋਵਿਡ ਦੇ ਦੌਰਾਨ ਲੋਕਾਂ ਨੂੰ ਤੰਗੀਆਂ ਪੇਸ਼ੀਆਂ ਆ ਰਹੀਆਂ ਸਨ, ਜਿਹੜੀ ਫੂਡ ਡਿਸਟ੍ਰੀਬਿਊਸ਼ਨ ਕੀਤਾ, ਗਰੋਸਰੀ ਡਿਸਟ੍ਰੀਬਿਊਸ਼ਨ ਕੀਤੀ ਅਤੇ ਹੋਰ ਵੀ ਕਈ ਕੰਮ ਕੀਤੇ, ਉਹਨਾਂ ਦਾ ਵਿਸ਼ੇਸ਼ ਹਵਾਲਾ ਦਿੱਤਾ ਗਿਆ ਹੈ ਜੀ। ਇੱਥੇ ਇਹ ਵੀ ਦੱਸ ਦੇਣਾ ਜ਼ਰੂਰੀ ਹੈ ਕਿ ਇਸ ਵੇਲੇ ਭਾਰਤ ਦੀ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਜੀ, ਉਸ ਵੱਲੋਂ ਖਾਲਸਾ ਏਡ ਦੇ ਕੁਝ ਸੇਵਾਦਾਰਾਂ ਤੋਂ ਪੁੱਛਗਿੱਛ ਲਈ ਨੋਟਿਸ ਵੀ ਜਾਰੀ ਕੀਤੇ ਗਏ ਹਨ ਔਰ ਇਸ ਸੰਬੰਧੀ ਇਹ ਜਿਹੜੀ ਖਬਰ ਆ ਇਹਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ ਜੀ। ਬਿਲਕੁਲ ਜੀ। ਅਗਲੀ ਖਬਰ ਵੱਲ ਵਧਦੇ ਹਾਂ ਜੀ। ਜੀ। ਅਗਲੀ ਖਬਰ ਜਿਹੜੀ ਆ ਇਸ ਬਾਰੇ ਸਾਂਝ ਮੈਂ ਪਿਛਲੇ ਕੁਝ ਦਿਨਾਂ ਵਿੱਚ ਪਾਈ ਸੀ
ਇਹ ਸਿਟੀ ਕਾਉਂਸਲ ਵੱਲੋਂ ਇੱਕ ਡਿਸੀਜਨ ਲੈਣਾ ਸੀਗਾ ਜੀ ਕਨਿਸਕੀ ਗਾਰਡਨ ਦੀ ਇੱਕ ਲੋਟ ਬਾਰੇ। ਉਹ ਕਾਫੀ ਰੌਲਾ ਰੱਪਾ ਪੈ ਰਿਹਾ ਜੀ, ਮੈਨੂੰ ਲੱਗਦਾ ਉਹਦਾ ਵੀ। ਬਿਲਕੁਲ ਜੀ, ਇਹ ਜਿਹੜੀ ਪ੍ਰਾਪਰਟੀ ਸੀਗੀ ਇਸ ਨੂੰ ਹੈਡਵੇ ਸਕੂਲ ਵੱਲੋਂ ਬਿਡ ਕੀਤਾ ਗਿਆ ਸੀਗਾ ਜੀ, ਔਰ ਸੋਮਵਾਰ ਨੂੰ ਜਿਹੜੀ ਸਿਟੀ ਕਾਉਂਸਲ ਦੀ ਐਗਜ਼ੈਕਟਿਵ ਕਮੇਟੀ ਹੈ ਉਸ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਹੈਡਵੇ ਸਕੂਲ ਨੂੰ ਇਹ ਪ੍ਰਵਾਨਗੀ ਦੇ ਦਿੱਤੀ ਗਈ ਹੈ ਜੀ। ਜੀ, ਇਹ ਡੀਲ ਜਿਹੜੀ ਹੈ 2.5 ਮਿਲੀਅਨ ਡਾਲਰਸ ਦੇ ਵਿੱਚ ਤੈਅ ਹੋਈ ਹੈ ਔਰ ਸਕੂਲ ਦੇ ਪ੍ਰਿੰਸੀਪਲ ਜਗਵਿੰਦਰ ਸਿੰਘ ਸਿੱਧੂ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਇਹ ਜਿਹੜੀ ਅਪਰੂਵਲ ਮਿਲੀ ਹੈ ਇਹ ਇਮੀਗ੍ਰੈਂਟ ਫੈਮਿਲੀਜ਼ ਲਈ ਇੱਕ ਬਹੁਤ ਵੱਡੀ ਜਿੱਤ ਹੈ ਜੀ, ਜਿਸ ਨਾਲ ਅਸੀਂ ਆਪਣੀ ਵਿਰਾਸਤ ਅਤੇ ਆਪਣੀ ਭਾਸ਼ਾ ਨੂੰ ਸੁਰੱਖਿਅਤ ਰੱਖ ਸਕਾਂਗੇ ਜੀ। ਸੋ ਮਾਰਚ 1 2021 ਜਦੋਂ ਕਿ ਇਹਦੀ ਕਲੋਜ਼ਿੰਗ ਡੇਟ ਹੈ ਜੀ, ਉਸ ਤੋਂ ਹੈਡਵੇ ਸਕੂਲ ਕੋਲ 3 ਸਾਲ ਦਾ ਸਮਾਂ ਹੋਏਗਾ ਇਸ ਸਕੂਲ ਦੀ ਕੰਸਟਰਕਸ਼ਨ ਨੂੰ ਕੰਪਲੀਟ ਕਰਨ ਦਾ। ਅਗਲੀ ਖਬਰ ਜਿਹੜੀ ਹੈ ਜੀ ਉਹ ਅਲਬਰਟਾ ਨਰਸਿਸ ਨੂੰ ਲੈ ਕੇ ਹੈ ਜੀ। ਜਿਹੜੀਆਂ ਅਲਬਰਟਾ ਦੀਆਂ ਨਰਸਿਸ ਹਨ ਜੀ, ਇਹਨਾਂ ਨੂੰ ਆਈਸੋਲੇਸ਼ਨ ਦੇ ਦੌਰਾਨ ਹੁਣ ਪੇਮੈਂਟ ਜਿਹੜੀ ਹੈ ਉਹ ਜ਼ਰੂਰ ਮਿਲਿਆ ਕਰੇਗੀ ਜੀ, ਕਿਉਂਕਿ ਜਿਹੜੀਆਂ ਅਲਬਰਟਾ ਦੀ, ਹਾਂਜੀ ਬਿਲਕੁਲ ਜੀ, ਕਾਫੀ ਵੱਡੀ ਖਬਰ ਆ। ਅਲਬਰਟਾ ਦੀਆਂ ਨਰਸਿਸ ਨੂੰ ਜੇਕਰ ਅਸੀਂ ਗੱਲ ਕਰਦੇ ਹਾਂ ਕੋਵਿਡ-19 ਦੇ ਦੌਰਾਨ ਕੋਈ ਸਿੰਪਟਮ ਪੇਸ਼ ਆਉਂਦੇ ਹਨ ਜੀ ਜਾਂ ਐਕਸਪੋਜ਼ਰ ਹੋ ਜਾਂਦਾ ਹੈ ਤਾਂ ਉਸ ਸਥਿਤੀ ਵਿੱਚ ਜਦੋਂ ਕੁਆਰੰਟਾਈਨ ਵਿੱਚ ਜਾਣਗੀਆਂ ਤਾਂ ਉਹਨਾਂ ਨੂੰ ਜਿਹੜੀ ਪੇ ਹੈ ਉਹ ਦਿੱਤੀ ਜਾਵੇਗੀ। ਅੱਜ ਯੂਨਾਈਟਿਡ ਨਰਸਿਸ ਆਫ ਅਲਬਰਟਾ ਅਤੇ ਜਿਹੜਾ ਅਲਬਰਟਾ ਹੈਲਥ ਸਰਵਿਸਿਜ਼ ਹੈ ਉਹਨਾਂ ਦੇ ਵਿੱਚ ਇਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋਇਆ ਹੈ ਜੀ। ਔਰ ਇਹ ਜਿਹੜਾ ਭੁਗਤਾਨ ਹੈ ਜੀ ਇਹ ਰੈਟਰੋਐਕਟਿਵ ਹੋਵੇਗਾ, ਜੁਲਾਈ 6 2020 ਤੋਂ ਇਹਦਾ ਭੁਗਤਾਨ ਕੀਤਾ ਜਾ ਸਕਦਾ ਹੈ। ਅੱਛਾ ਜੀ। ਇਹ ਵੀ ਗੱਲ ਜ਼ਰੂਰੀ ਹੈ ਕਿ ਜੇਕਰ ਵਰਕ ਪਲੇਸ ਐਕਸਪੋਜ਼ਰ ਹੋ ਰਿਹਾ ਹੈ ਤਾਂ ਤੁਸੀਂ WCB ਤੇ ਵੀ ਜਾ ਸਕਦੇ ਜੇ, ਪਰ ਅਗਰ ਨਾਨ ਐਸੈਂਸ਼ੀਅਲ ਟਰੈਵਲ ਕਰਕੇ ਤੁਹਾਨੂੰ ਸੈਲਫ ਆਈਸੋਲੇਸ਼ਨ ਤੇ ਜਾਣਾ ਪੈ ਰਿਹਾ ਹੈ, ਇਸ ਸੂਰਤ ਵਿੱਚ ਕਿਸੇ ਤਰ੍ਹਾਂ ਦਾ ਕੋਈ ਪੇਡ ਸਿਕ ਲੀਵ ਜਿਹੜੀ ਹੈ ਉਹ ਦਾਅਵੇਦਾਰੀ ਨਹੀਂ ਕਰ ਸਕੋਗੇ ਤੁਸੀਂ ਜੀ। ਇਹ ਸਨ ਜੀ ਅੱਜ ਦੀਆਂ ਐਡਮਿੰਟਨ ਤੋਂ ਵੱਖ-ਵੱਖ ਖਬਰਾਂ। ਧੰਨਵਾਦ ਮਨਜੀਤ ਜੀ, ਤੁਸੀਂ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਜੀ ਸਾਡੇ ਪੰਜਾਬੀ ਨੈਸ਼ਨਲ ਦੇ ਦਰਸ਼ਕਾਂ ਨਾਲ ਸਾਂਝੀ ਕਰ ਦਿੱਤੀ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ ਇਹ ਸੀਗੇ ਜੀ ਮਨਜੀਤ ਸਿੰਘ, ਪੰਜਾਬੀ ਨੈਸ਼ਨਲ ਟੀਮ ਦੇ ਅਹਿਮ ਮੈਂਬਰ ਨੇ ਐਡਮਿੰਟਨ ਸ਼ਹਿਰ ਤੋਂ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਅਪਡੇਟ ਸਾਨੂੰ ਕਰਨ ਦੇ ਲਈ। ਅਤੇ ਜੇਕਰ ਸਾਡੇ ਕੋਈ ਦਰਸ਼ਕ ਜਾਂ ਜਿਹੜੇ ਇਸ ਸਮੇਂ ਸਾਨੂੰ ਰੇਡੀਓ ਸੁਰਸੰਗਮ ਤੇ ਸਰੋਤੇ ਸੁਣ ਰਹੇ ਨੇ ਕੋਈ ਗੱਲਬਾਤ ਕਰਨਾ ਚਾਹਣ, ਇਸ ਪ੍ਰੋਗਰਾਮ ਪ੍ਰਤੀ ਕੋਈ ਪ੍ਰਤੀਕਰਮ ਦੇਣਾ ਚਾਹਣ, ਕੋਈ ਵਿਚਾਰ ਦੇਣਾ ਚਾਹਣ, ਜਾਂ ਜਿਹੜੇ ਅਸੀਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰ ਰਹੇ ਹੁੰਦੇ ਆ ਉਹਦੇ ਉੱਤੇ ਕੋਈ ਹਿੱਸਾ ਲੈਣਾ ਚਾਹਣ ਤਾਂ ਕਿਸੇ ਵੀ ਸਮੇਂ ਜਿਹੜਾ ਸਾਨੂੰ ਫੋਨ ਕੀਤਾ ਜਾ ਸਕਦਾ ਹੈ। ਸਾਡਾ ਨੰਬਰ ਹੈ 403 204 0011 403 204 0011 ਦੇ ਉੱਤੇ ਤੁਸੀਂ ਕਾਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ। ਇਸ ਤੋਂ ਇਲਾਵਾ ਫੇਸਬੁੱਕ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਹੋ ਉੱਥੇ ਵੀ ਤੁਸੀਂ ਕਮੈਂਟਸ ਦੇ ਰੂਪ ਵਿੱਚ ਵੀ ਕੋਈ ਗੱਲ ਕਹਿਣਾ ਚਾਹੋ ਤਾਂ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਪ੍ਰਗਟਾ ਸਕਦੇ ਹੋ, ਜਾਂ ਤੁਸੀਂ ਸਾਨੂੰ ਡਾਇਰੈਕਟਲੀ ਫੋਨ ਕਰ ਸਕਦੇ ਹੋ 403 204 0011 403 204 0011 ਸਾਡਾ ਨੰਬਰ ਹੈ ਜੀ ਪੰਜਾਬੀ ਨੈਸ਼ਨਲ ਟੀਵੀ ਦਾ ਇਸ ਸਮੇਂ। ਅਤੇ ਰੇਡੀਓ ਪ੍ਰੋਗਰਾਮ ਕਰਦੇ ਸਮੇਂ ਤੁਸੀਂ ਰੇਡੀਓ ਪ੍ਰੋਗਰਾਮ ਤੇ ਵੀ ਇਸ ਨੰਬਰ ਤੇ ਕਾਲ ਕਰਕੇ ਗੱਲਬਾਤ ਦਾ ਹਿੱਸਾ ਲੈ ਸਕਦੇ ਹੋ। ਢਿੱਲੋਂ ਸਾਹਿਬ, ਆਪਾਂ ਗੱਲਬਾਤ ਸ਼ੁਰੂ ਕੀਤੀ ਸੀ ਕਿ ਟਰੂਡੋ ਸਾਹਿਬ ਨੇ ਇਹ ਕਿਹਾ ਜੀ ਕਿ ਨਾ ਜਾਇਆ ਜਾਵੇ ਕੈਨੇਡਾ ਤੋਂ ਬਾਹਰ, ਕਿਉਂਕਿ ਲੱਗਦਾ ਹੈ ਕਿ ਸਰਕਾਰ ਦੇ ਇਰਾਦੇ ਨੇ, ਜਿਸ ਤਰ੍ਹਾਂ ਕੋਵਿਡ ਦੇ ਕੇਸ ਵੱਧ ਰਹੇ ਨੇ ਤੇ ਕੋਈ ਟਰੈਵਲ ਬੈਨ ਵਗੈਰਾ ਲੱਗ ਸਕਦੇ ਨੇ। ਹਾਂਜੀ, ਉਹ ਜਿਹੜਾ ਇੰਡੀਕੇਸ਼ਨ ਹੈ ਜੀ ਉਹਦਾ ਲਾਰਜਲੀ ਕਾਰਨ ਟੂ ਫੋਲਡ ਹੈ ਜੀ। ਇੱਕ ਤਾਂ ਇਹ ਕਿ ਸੈਕੰਡ ਵੇਵ ਜਿਹੜੀ ਹੈਗੀ ਹੈ ਉਹਦੇ ਚੱਲਦਿਆਂ ਹੋਇਆਂ ਜਾਂ ਉਹਦਾ ਔਨਸੈਟ ਕਹਿ ਲਓ, ਤੇ ਉਹ ਚਾਹੁੰਦੇ ਨੇ ਕਿ ਜਿੰਨਾ ਵੀ ਐਕਸਪੋਜ਼ਰ ਹੈ ਉਹਨੂੰ ਘਟਾਇਆ ਜਾ ਸਕਦਾ ਜਾਣਾ ਚਾਹੀਦਾ। ਆਪਣੇ ਨਾਲ ਕਾਲਰ ਨੇ ਜੀ, ਦੇਖ ਲੈਂਦੇ ਕੀ ਕਹਿਣਾ ਚਾਹੁੰਦੇ ਨੇ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। Hi, hello. This is Virtual Radio 94.7. ਮੈਨੂੰ ਲੱਗਦਾ ਕਿ ਅਸੀਂ ਇਹਨਾਂ ਨੂੰ ਬਾਅਦ ਵਿੱਚ ਕਾਲ ਕਰ ਲੈਂਦੇ ਹਾਂ ਜੀ। ਕੋਈ ਕਾਲ ਡਿਫਰੈਂਟ ਪਰਪਸ ਲਈ ਆਈ ਹੈ ਜੀ, ਇਹਨਾਂ ਨੂੰ ਅਟੈਂਡ ਕਰ ਲੈਂਦੇ ਹਾਂ ਅਤੇ ਸਾਡੀ ਟੀਮ ਦੇ ਮੈਂਬਰਾਂ ਨੂੰ ਰਿਕੁਐਸਟ ਹੈ ਜੀ ਕਿ ਇਹਨਾਂ ਨੂੰ ਕਾਲ ਕਰ ਲਈ ਜਾਵੇ ਬੈਕ। ਹਾਂਜੀ ਢਿੱਲੋਂ ਸਾਹਿਬ, ਆਪਾਂ ਅੱਗੇ ਵਧਦੇ ਹਾਂ ਜੀ। ਹਾਂਜੀ, ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਸੈਕੰਡ ਵੇਵ ਚੱਲ ਰਹੀ ਆ ਇਸ ਵੇਲੇ ਕਰੋਨਾ ਦੀ ਜਾਂ ਔਨਸੈਟ ਹੈਗਾ ਆ, ਉਹਨੂੰ ਲੈ ਕੇ ਹਰ ਇੱਕ ਦਾ ਕੰਸਰਨ ਹੈ ਤੇ ਐਜ਼ ਪ੍ਰਾਈਮ ਮਿਨਿਸਟਰ ਉਹਨਾਂ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹ ਜਿਹੜਾ ਮੈਸੇਜ ਹੈਗਾ ਆ ਉਹ ਕਲੀਅਰ ਕੱਟ ਸਾਰੇ ਕੈਨੇਡੀਅਨਸ ਨੂੰ ਦੇਣ। ਤੇ ਉਹਨਾਂ ਨੇ ਪਿੱਛੇ ਅਗਰ ਤੁਸੀਂ ਦੇਖੋ ਤੇ ਉਦੋਂ ਵੀ ਥੋੜਾ ਦੁੱਖ ਪ੍ਰਗਟ ਕੀਤਾ ਸੀਗਾ ਕਿ ਜਿਹੜੇ ਸੀਨੀਅਰ ਓਫੀਸ਼ੀਅਲਸ ਨੇ, ਚਾਹੇ ਉਹ ਮਿਨਿਸਟਰਸ ਨੇ, ਚਾਹੇ ਉਹ ਅਗਰ ਜੇ ਮਿਨਿਸਟਰ ਨਹੀਂ ਵੀ ਹੈਗੇ, ਅਗਰ ਕੋਈ ਓਫੀਸ਼ੀਅਲ
ਅੱਛੀ ਇੰਪੋਰਟੈਂਟ ਪੋਜੀਸ਼ਨ ਤੇ ਹੈਗੇ ਨੇ, ਉਹਨਾਂ ਨੂੰ ਜਿਹੜਾ ਉਹਨਾਂ ਨੇ ਵੈਕੇਸ਼ਨਸ ਦੇ ਵਿੱਚ ਬਾਹਰ ਟਰੈਵਲ ਕੀਤਾ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀਗਾ। ਤੇ ਉਸੇ ਤਰੀਕੇ ਨਾਲ ਉਹ ਹੁਣ ਸਾਰੇ ਕੈਨੇਡੀਅਨਸ ਨੂੰ ਇਹ ਕਹਿ ਰਹੇ ਨੇ, ਸਪੈਸ਼ਲੀ ਕਿਉਂਕਿ ਆਪਾਂ ਜਾਣਦੇ ਹਾਂ ਕਿ ਕੈਨੇਡਾ ਦੇ ਵਿੱਚ ਇਸ ਟਾਈਮ ਦੇ ਉੱਤੇ ਖਾਸ ਕਰਕੇ ਅਗਰ ਆਪਾਂ ਐਲਬਰਟਾ ਦੀ ਗੱਲ ਕਰੀਏ ਜਾਂ ਮੋਸਟ ਆਫ ਦਾ ਜਿਹੜੀ ਬੈਲਟ ਹੈਗੀ ਆ, ਮੈਨੀਟੋਬਾ ਹੋ ਗਿਆ, ਕਿਊਬੈਕ ਹੋ ਗਈ, ਓਨਟਾਰੀਓ ਹੋ ਗਿਆ, ਇੱਥੇ ਟੈਂਪਰੇਚਰ ਡਿਪ ਕਰਦਾ ਆ ਤੇ ਜਿਹੜੇ ਸਨੋ ਕਰਕੇ ਹਰ ਇੱਕ ਇੰਡੀਵਿਜੂਅਲ ਦਾ ਮਨਸ਼ਾ ਇਹ ਹੁੰਦੀ ਹੈ ਕਿ ਜਿਹੜੇ ਗਰਮ ਇਲਾਕੇ ਨੇ ਉੱਥੇ ਘੁੰਮ ਫਿਰ ਕੇ ਆਇਆ ਜਾਵੇ। ਤੇ ਦੁਨੀਆ ਮੈਕਸੀਕੋ ਵਿਜ਼ਿਟ ਕਰਦੀ ਹੈ, ਕਿਊਬਾ ਜਾਂਦੀ ਹੈ ਜਾਂ ਹਵਾਈ ਜਾਂਦੀ ਹੈ। ਤੇ ਬਹੁਤ ਸਾਰੀਆਂ ਜਿਹੜੀਆਂ 에ਅਰਲਾਈਨਸ ਨੇ ਉਹਨਾਂ ਨੇ ਪੈਕੇਜ ਵੀ ਆਫਰ ਕੀਤੇ ਹੋਏ ਨੇ ਕਿ ਠੀਕ ਹੈ ਜੀ, ਜੇ ਤੁਸੀਂ ਚੱਲਣਾ ਹੈ ਤੇ ਅਸੀਂ ਤੁਹਾਨੂੰ ਹੌਲੀਡੇ ਪੈਕੇਜ ਦੇ ਰਹੇ ਹਾਂ। ਹੁਣ ਜਿਹੜੀ ਇਹ ਪ੍ਰੈਜ਼ੈਂਟ ਜਿਹੜਾ ਸਟੇਟਮੈਂਟ ਆਈ ਹੈ ਉਹ ਇਸ ਜ਼ਿਆਦਾ ਅੰਡਰ ਪ੍ਰੈਸ਼ਰ ਆਈ ਹੈ ਕਿਉਂਕਿ ਜਿਹੜੇ ਕਰੋਨਾ ਵਾਇਰਸ ਹੁਣ ਤੱਕ ਜਿਹਦੇ ਉੱਤੇ ਰਿਸਰਚ ਕੀਤੀ ਗਈ, ਜਿਹਦੇ ਤੇ ਬੇਸ ਵੈਕਸੀਨਸ ਬਣਾਈਆਂ ਗਈਆਂ, ਉਹਦੇ ਜਿਹੜੇ ਵੇਰੀਐਂਟਸ ਨੇ ਉਹ ਹੁਣ ਸਾਹਮਣੇ ਆਉਣ ਲੱਗ ਗਏ ਜੀ। ਕਿਉਂਕਿ ਜਿਹੜਾ ਵੇਰੀਐਂਟ ਯੂਕੇ ਦੇ ਵਿੱਚ ਹੈਗਾ ਔਰ ਇਸੇ ਤਰੀਕੇ ਦਾ ਇੱਕ ਵੇਰੀਐਂਟ, ਡਿਫਰੈਂਟ ਵੇਰੀਐਂਟ ਜਿਹੜਾ ਉਹ ਬ੍ਰਾਜ਼ੀਲ ਤੋਂ ਆ ਰਿਹਾ ਆ, ਉਹਨੂੰ ਇਹ ਕੰਟੇਨ ਕਰਨਾ ਚਾਹੁੰਦੇ ਨੇ ਕਿ ਸਾਡੀ ਆਲਰੇਡੀ ਪ੍ਰੋਬਲਮ ਜਿਹੜੀ ਹੈਗੀ ਹੈ, ਜਿਹੜੀ ਪ੍ਰੈਜ਼ੈਂਟ ਸ਼ੇਪ ਦੇ ਵਿੱਚ ਕਰੋਨਾ ਵਾਇਰਸ ਦੀ ਜਿਹੜੀ ਹੈਂਡਲਿੰਗ ਹੈਗੀ ਹੈ, ਉਹਨੇ ਹੀ ਸਾਡੇ ਵਾਸਤੇ ਮੁਸੀਬਤ ਕ੍ਰੀਏਟ ਕੀਤੀ ਹੋਈ ਆ। ਤੇ ਉਸ ਸਰਕਮਸਟੈਂਸਿਸ ਦੇ ਵਿੱਚ ਜੇ ਅਗਰ ਅਸੀਂ ਆਪਣਾ ਜਿਹੜਾ ਵਿਜ਼ਿਟ ਹੈਗਾ, ਔਰ ਖਾਸ ਕਰਕੇ ਉਹ ਵਿਜ਼ਿਟ ਜਿਹੜਾ ਬਿਲਕੁਲ ਅਵੋਇਡੇਬਲ ਵਿਜ਼ਿਟ ਹੈ, ਹੁਣ ਠੀਕ ਹੈ ਹਰ ਇੱਕ ਦਾ ਇਨਸਾਨ ਦਾ ਦਿਲ ਕਰਦਾ ਹੈ ਕਿ ਮੈਂ ਵੋਕੇਸ਼ਨਸ ਤੇ ਬਾਹਰ ਜਾਵਾਂ, ਲੇਕਿਨ ਇਹ ਜਿਹੜਾ ਸਮਾਂ ਹੈ, ਜਿਹੜਾ ਟਾਈਮ ਹੈਗਾ ਇਜ਼ ਨਾਟ ਫਿਟ ਉਹਨਾਂ ਦੇ ਮੁਤਾਬਕ ਕਿ ਜਿਹੜਾ ਆ ਉਹ ਫੋਰਨ ਟਰੈਵਲ ਕੀਤੀ ਜਾਵੇ ਤੇ ਆਪਣਾ ਐਕਸਪੋਜ਼ਰ ਲੈਵਲ ਜਿਹੜਾ ਵਧਾਇਆ ਜਾਵੇ। ਔਰ ਜਦੋਂ ਈਵਨ ਜਿਹੜੇ ਕਿਊਬੈਕ ਦੇ ਪ੍ਰੀਮੀਅਰ ਨੇ ਉਹਨਾਂ ਨੇ ਵੀ ਇਹ ਦੁੱਖ ਪ੍ਰਗਟ ਕੀਤਾ ਆ ਕਿ ਜਦੋਂ ਦੁਨੀਆ ਵਾਪਸ ਆਉਂਦੀ ਹੈ ਤੇ ਉਹ ਕਿਸੇ ਨਾ ਕਿਸੇ ਕਰੋਨਾ ਵਾਇਰਸ ਦੇ ਚਪੇਟ 'ਚ ਹੁੰਦੀ ਹੈ ਔਰ ਉਹ ਇਨਫੈਕਸ਼ਨ ਜਿਹੜੀ ਲੈ ਕੇ ਆਉਂਦੇ ਨੇ, ਤੇ ਉਹ ਕਿਊਬੈਕ ਦੀ ਆਲਰੇਡੀ ਹਾਲਤ ਜਿਹੜੀ ਹੈਗੀ ਹੈ ਉਹ ਬਹੁਤ ਨਾਜ਼ੁਕ ਆ। ਜਿਸ ਤਰ੍ਹਾਂ ਅਲਬਰਟਾ, ਸਸਕੈਚੁਅਨ, ਮੈਨੀਟੋਬਾ, ਇਹ ਆਲਰੇਡੀ ਐਸੀਆਂ ਪ੍ਰੋਵਿੰਸਿਸ ਹੈਗੀਆਂ ਨੇ ਜਿੱਥੇ ਨੰਬਰਸ ਬਹੁਤ ਹਾਈ ਹੈ। ਔਰ ਅਸੀਂ 2 ਦਿਨ ਪਹਿਲਾਂ ਵੀ ਜਿਹੜੀ ਰਿਪੋਰਟ ਰਣਜੀਤ ਜੀ ਜਿਹੜੀ ਉਹ ਕੈਰੀ ਫਾਰਵਰਡ ਆਪਾਂ ਡਿਸਕਸ ਕੀਤੀ ਸੀਗੀ, ਤੇ ਉਹਦੇ ਹੀ ਰਿਗਾਰਡਿੰਗ ਮੈਂ ਅੱਜ ਗੱਲ ਕਰਾਂਗਾ ਕਿ ਆਲਰੇਡੀ ਇਹ ਪ੍ਰੈਡਿਕਟਡ ਆ ਕਿ ਅਗਰ ਸਾਡਾ ਪ੍ਰੈਜ਼ੈਂਟ ਰੇਟ ਆਫ ਕੰਟੈਕਟ ਰਿਹਾ ਤਾਂ ਜਿਹੜਾ 7900 ਦਾ ਜਿਹੜਾ ਐਕਟਿਵ ਕੇਸਿਸ ਜਿਹੜੇ ਨੇ ਹਰ ਰੋਜ਼ ਜਿਹੜੇ ਰਿਪੋਰਟ ਹੁੰਦੇ ਨੇ ਪੈਨ ਕੈਨੇਡਾ, ਹੋ ਸਕਦਾ ਹੈ ਇੰਕਰੀਜ਼ ਕਰਕੇ 13000 ਹੋ ਜਾਏ। ਤੇ ਜੇ ਉਹ ਹੋ ਗਈ ਤੇ ਅਗਲੇ 10 ਜਾਂ 12 ਦਿਨਾਂ ਦੇ ਜਾਂ 15 ਦਿਨਾਂ ਦੇ ਵਿੱਚ ਅਪਰੋਕਸੀਮੇਟਲੀ 2000 ਮੌਤਾਂ ਜਿਹੜੀਆਂ ਨੇ ਕਰੋਨਾ ਵਾਇਰਸ ਨਾਲ ਹੋ ਸਕਦੀਆਂ। ਸੋ ਜਦੋਂ ਤੁਸੀਂ ਉਹ ਫਿਗਰਸ ਐਕਸਪਰਟਸ ਵੱਲੋਂ ਦੇਖਦੇ ਹੋ ਕਿ ਆ ਰਹੇ ਨੇ, ਤੇ ਓਬਵੀਅਸ ਹੈ ਹੁਣ ਜਿਹੜੇ ਫਲਾਈਟ ਜਿਹੜੀਆਂ ਨੇ ਅਗਰ ਉਹ ਮੈਕਸੀਕੋ ਜਾ ਰਹੀਆਂ ਨੇ ਭਰੀਆਂ ਹੋਈਆਂ, ਜਾਂ ਕਿਊਬਾ ਜਾ ਰਹੀਆਂ ਨੇ, ਜਾਂ ਹਵਾਈ ਜਾ ਰਹੀਆਂ ਨੇ, ਤੇ ਉਹ ਜਿਹੜੇ ਅਫੀਸ਼ੀਅਲਸ ਹੈਗੇ ਆ ਜਿਨ੍ਹਾਂ ਦਾ ਪੂਰਾ ਜ਼ੋਰ ਇਸ ਵੇਲੇ ਲੱਗਿਆ ਹੋਇਆ ਇਸ ਵਾਇਰਸ ਨੂੰ ਕੰਟੇਨ ਕਰਨ ਵਾਸਤੇ ਔਰ ਨੰਬਰਸ ਨੂੰ ਰਿਡਿਊਸ ਕਰਨ ਵਾਸਤੇ, ਉਹਨਾਂ ਦੀ ਵਰੀ ਜਿਹੜੀ ਆ ਉਹ ਉੱਪਰ ਜਾਣਾ ਲਾਜ਼ਮੀ ਹੈ ਜੀ। ਬਿਲਕੁਲ ਜੀ। ਢਿੱਲੋਂ ਸਾਹਿਬ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਅਤੇ ਫਿਰ ਵਾਪਸ ਪਰਤਦੇ ਹਾਂ ਤੇ ਗੱਲਬਾਤ ਨੂੰ ਆਪਾਂ ਜਿਹੜਾ ਅੱਗੇ ਤੋਰਾਂਗੇ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਜੀ। ਪੰਜਾਬ ਇੰਸ਼ੋਰੈਂਸ, ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ, ਮਾਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਬਿਹਤਰੀਨ ਸਲਾਹ ਲਈ ਯਾਦ ਕਰੋ ਜਸਜੀਤ ਸਿੰਘ ਬਾਵਾ ਨੂੰ। ਬੱਚਿਆਂ ਲਈ ਖਾਸ ਐਜੂਕੇਸ਼ਨ ਪਲਾਨ ਜਾਂ RRSP ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਵਿਜ਼ਿਟ ਕਰਨ ਆ ਰਿਹਾ ਹੋਵੇ ਜਾਂ ਤੁਸੀਂ ਕਿਤੇ ਟਰੈਵਲ ਕਰਨਾ ਹੋਵੇ ਤਾਂ ਟਰੈਵਲ ਇੰਸ਼ੋਰੈਂਸ ਲਈ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਪੰਜਾਬ ਇੰਸ਼ੋਰੈਂਸ ਦੇ ਭਰੋਸੇਮੰਦ ਬ੍ਰੋਕਰ ਜਸਜੀਤ ਸਿੰਘ ਬਾਵਾ ਨੂੰ ਯਾਦ ਕਰੋ। ਫੋਨ ਨੰਬਰ 780 266 6161 7802666161। ਜੇਕਰ ਆਪਣੇ ਕੋਲ ਪਰਸਨਲ ਇੰਸ਼ੋਰੈਂਸ ਹੈ ਤਾਂ ਸਾਨੂੰ ਤਸੱਲੀ ਰਹਿੰਦੀ ਹੈ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਅਚਨਚੇਤ ਘਟਨਾਵਾਂ ਤੋਂ ਅਸੀਂ ਹਮੇਸ਼ਾ ਸੁਰੱਖਿਅਤ ਹਾਂ। ਇੰਸ਼ੋਰੈਂਸ ਦੀਆਂ ਸੇਵਾਵਾਂ ਨਿਭਾਉਣ ਲਈ ਪੰਜਾਬ ਇੰਸ਼ੋਰੈਂਸ ਦੀ ਸਮੁੱਚੀ ਟੀਮ ਆਪ ਸਭ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ। ਪੰਜਾਬ ਇੰਸ਼ੋਰੈਂਸ। ਕੈਨੇਡਾ ਦੀ ਧਰਤੀ ਤੇ ਪੈਰ ਪਾਉਣਾ ਚਾਹੁੰਦੇ ਹੋ ਜਾਂ ਪੱਕੇ ਵਸਨੀਕ ਬਣਨ ਦੇ ਸੁਪਨੇ ਦੇਖ ਰਹੇ ਹੋ ਤਾਂ ਇਹ ਸੁਪਨੇ ਸਾਕਾਰ ਕਰਨ ਲਈ ਤੁਸੀਂ ਐਡਮਿੰਟਨ ਸ਼ਹਿਰ ਦੀ ਜਾਣੀ ਪਛਾਣੀ ਇਮੀਗ੍ਰੇਸ਼ਨ ਕੰਸਲਟੈਂਸੀ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੇ ICCRC ਤੋਂ ਮਾਨਤਾ ਪ੍ਰਾਪਤ ਮਾਹਿਰਾਂ RCIC ਸਰਦਾਰ ਕਮਲਜੀਤ ਸਿੰਘ ਅਤੇ ਪਰਮਜੀਤ ਕੌਰ ਨੂੰ 780 462 4000 ਅਤੇ 780 709 8600 ਤੇ ਸੰਪਰਕ ਕਰੋ। 912935 ਐਵੀਨਿਊ ਨਾਰਥ ਵੈਸਟ ਐਡਮਿੰਟਨ ਤੇ ਸਥਿਤ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੀ ਟੀਮ ਨੂੰ ਇਮੀਗ੍ਰੇਸ਼ਨਸ ਅਪੀਲ, ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਐਪਲੀਕੇਸ਼ਨਸ ਲਾਉਣ ਲਈ ਵਿਸ਼ੇਸ਼ ਮੁਹਾਰਤ ਹੈ।
ਮੈਂ ਤੇ ਕੈਰੀਅਰ ਪਲੱਸ ਦੀ ਸਾਰੀ ਟੀਮ ਰਿਫਿਊਜ਼ਡ ਐਪਲੀਕੇਸ਼ਨ ਤੇ ਕੰਮ ਕਰਨ ਲਈ ਮਾਹਰ ਹਨ। ਅਸੀਂ ਲੀਗਲ ਵੇ ਦੇ ਨਾਲ ਰਿਫਿਊਜ਼ਡ ਐਪਲੀਕੇਸ਼ਨਾਂ ਨੂੰ ਅਪਰੂਵ ਕਰਾਉਂਦੇ ਹਾਂ। ਜੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਕੈਨੇਡੀਅਨ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ ਰਿਫਿਊਜ਼ ਹੈ ਤਾਂ ਇੱਕ ਵਾਰੀ ਜ਼ਰੂਰ ਆ ਕੇ ਮਿਲੋ। ਕੈਰੀਅਰ ਪਲੱਸ ਇਮੀਗ੍ਰੇਸ਼ਨ। ऑनर ऑपरेटर्स ਲਈ ਜ਼ਰੂਰੀ ਸੂਚਨਾ। ਲਾਈਟ ਸਪੀਡ ਲੌਜਿਸਟਿਕ ਵਾਲੇ ऑनर ऑपरेटर्स ਹਾਇਰ ਕਰ ਰਹੇ ਨੇ। ਲਾਈਟ ਸਪੀਡ ਲੌਜਿਸਟਿਕ ਅਲਬਰਟਾ BC ਲੇਨ ਤੇ $1.80 ਪਰ ਮਾਈਲ ਪੇ ਕਰ ਰਹੇ ਨੇ। 20 ਸਾਲ ਤੋਂ ਵੱਧ ਟਰੱਕਿੰਗ ਇੰਡਸਟਰੀ 'ਚ ਇੱਕ ਸਥਾਪਿਤ ਨਾਮ ਲਾਈਟ ਸਪੀਡ ਲੌਜਿਸਟਿਕ। ਜੇਕਰ ਤੁਸੀਂ ਅਲਬਰਟਾ BC ਲੇਨ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਲਾਈਟ ਸਪੀਡ ਲੌਜਿਸਟਿਕ ਦੀ ਹਾਇਰਿੰਗ ਟੀਮ ਨੂੰ ਸੰਪਰਕ ਕਰੋ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੁਹਾਡੇ ਸੁਪਨਿਆਂ ਦੀ ਕਾਰ ਲਈ ਇੱਕ ਟਿਕਾਣਾ। ਕੈਲਗਰੀ 에ਅਰਪੋਰਟ ਦੇ ਨੇੜੇ ਮਰਸੀਡੀਜ਼ ਦੀ ਕੈਨੇਡਾ 'ਚ ਸਭ ਤੋਂ ਵੱਡੀ ਡੀਲਰਸ਼ਿਪ। 70 ਦੇ ਕਰੀਬ ਕਾਰਾਂ ਡਿਸਪਲੇ ਤੇ ਹੁੰਦੀਆਂ ਨੇ। ਕਾਰਾਂ ਸੰਬੰਧੀ ਸਾਰੀ ਜਾਣਕਾਰੀ ਗੌਰਵ ਸ਼ਰਮਾ ਜੀ ਤੋਂ ਪੰਜਾਬੀ, ਹਿੰਦੀ, ਉਰਦੂ ਜਾਂ ਇੰਗਲਿਸ਼ ਵਿੱਚ ਗੱਲਬਾਤ ਕਰਕੇ ਲਈ ਜਾ ਸਕਦੀ ਹੈ। ਸਾਰੇ ਪਰਿਵਾਰ ਦੀ ਪਸੰਦ ਦੀ ਕਾਰ ਮਰਸੀਡੀਜ਼ ਬੈਂਜ਼ ਕੰਟਰੀ ਹਿਲ। ਪੰਜਾਬ ਡਰਾਈਵਿੰਗ ਅਕੈਡਮੀ। ਕਾਰ, ਟਰੱਕ ਜਾਂ ਬੱਸ ਦਾ ਡਰਾਈਵਿੰਗ ਲਾਇਸੈਂਸ ਲੈਣ ਲਈ ਯਾਦ ਰੱਖੋ ਪੰਜਾਬ ਡਰਾਈਵਿੰਗ ਅਕੈਡਮੀ। ਇਹ ਕਲਾਸ 1, 2 ਅਤੇ 3 ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਿੰਦੇ ਹਨ। ਪੰਜਾਬ ਡਰਾਈਵਿੰਗ ਅਕੈਡਮੀ ਤੋਂ ਤੁਸੀਂ 에ਅਰ ਬ੍ਰੇਕ ਅਤੇ DDC ਦੀਆਂ ਕਲਾਸਾਂ ਵੀ ਲਾ ਸਕਦੇ ਹੋ। DDC ਕਲਾਸ ਲਾਉਣ ਨਾਲ ਤੁਹਾਨੂੰ ਸਸਤੀ ਇੰਸ਼ੋਰੈਂਸ ਮਿਲ ਸਕਦੀ ਹੈ। ਡਰਾਈਵਿੰਗ ਸਿੱਖਣ ਲਈ ਪੰਜਾਬ ਡਰਾਈਵਿੰਗ ਅਕੈਡਮੀ ਦਾ ਨਾਮ ਅਤੇ ਫੋਨ ਨੰਬਰ ਨੋਟ ਕਰ ਲਓ। 403 903 8200, यूनिट 209 4556, वेस्ट विंड्स ड्राइव, नॉर्थ ईस्ट कैलगरी। पंजाब ड्राइविंग अकेडमी। ਸਾਂਝਾ ਪੰਜਾਬ ਗਰੋਸਰੀ ਸਟੋਰ ਹੁਣ 3 ਲੋਕੇਸ਼ਨਸ ਨਾਲ ਕੈਲਗਰੀ ਵਾਸੀਆਂ ਦੀ ਸੇਵਾ ਵਿੱਚ। ਸਾਂਝਾ ਪੰਜਾਬ ਤੋਂ ਹਰ ਪ੍ਰਕਾਰ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ ਮਿਲਦੀ ਹੈ। ਇਹਨਾਂ ਦੀਆਂ ਤਿੰਨੇ ਲੋਕੇਸ਼ਨਸ ਤੋਂ ਸਾਫ਼ ਸੁਥਰੀਆਂ ਦਾਲਾਂ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਹਰ ਪ੍ਰਕਾਰ ਦੇ ਭਾਂਡੇ ਖਰੀਦ ਸਕਦੇ ਹੋ। ਸਾਂਝਾ ਪੰਜਾਬ ਵਾਲੇ ਕਰੋਨਾ ਦੇ ਟਾਈਮ ਵਿੱਚ ਆਪਣੇ ਸਟਾਫ ਅਤੇ ਕਸਟਮਰਜ਼ ਨੂੰ ਸੁਰੱਖਿਅਤ ਰੱਖਣ ਲਈ ਸਾਰੀਆਂ ਸਾਵਧਾਨੀਆਂ ਵਰਤਦੇ ਹਨ। ਆਪਣੀਆਂ ਗਰੋਸਰੀ ਲੋੜਾਂ ਲਈ ਅੱਜ ਹੀ ਆਪਣੇ ਨਜ਼ਦੀਕੀ ਸਾਂਝਾ ਪੰਜਾਬ ਗਰੋਸਰੀ ਸਟੋਰ ਦੀ ਲੋਕੇਸ਼ਨ ਤੇ ਪਹੁੰਚੋ। ਸਾਂਝਾ ਪੰਜਾਬ ਗਰੋਸਰੀ ਸਟੋਰ। ਜੇਕਰ ਤੁਸੀਂ ਇੱਕ ਬਿਜ਼ਨਸ ਓਨਰ ਹੋ ਜਾਂ ਕੋਈ ਪ੍ਰੋਫੈਸ਼ਨਲ ਹੋ, ਤੁਹਾਡਾ ਤੇ ਮੇਰਾ ਮਿਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਬੈਠ ਕੇ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਤੁਹਾਡੇ ਬਿਜ਼ਨਸ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਅਤੇ ਤੁਹਾਡੀ ਫਿਊਚਰ ਵਾਲੀ ਇਨਕਮ ਨੂੰ ਕਿਸ ਤਰ੍ਹਾਂ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ। ਸਟੇਟ ਪਲਾਨਿੰਗ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜਿਹੜੇ ਤੁਹਾਡੇ ਮਿਹਨਤ ਨਾਲ ਬਣਾਏ ਹੋਏ ਐਸੈਟਸ ਨੇ ਉਹ ਤੁਹਾਡੇ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕੀਤੇ ਜਾਣ ਤਾਂ ਕਿ ਤੁਹਾਡੇ ਬੱਚਿਆਂ ਦਾ ਆਪਸ ਵਿੱਚ ਪਿਆਰ ਵੀ ਬਣਿਆ ਰਹੇ। 403 437 4445 ਇਹ ਮੇਰਾ ਫੋਨ ਨੰਬਰ ਹੈ ਜੀ। 403 437 4445। ਉੱਥੇ ਕਮੈਂਟਸ ਦੇ ਰੂਪ ਵਿੱਚ ਦੇਣੇ ਨੇ। ਬੇਨਤੀ ਹੈ ਜੀ ਕਿ ਇਸ ਸਵਾਲ ਦਾ ਜਵਾਬ ਸਾਡਾ ਪੰਜਾਬੀ ਨੈਸ਼ਨਲ ਦਾ ਜਿਹੜਾ YouTube ਚੈਨਲ ਹੈ ਉੱਥੇ ਅਸੀਂ ਇਸ ਸਵਾਲ ਨੂੰ ਪੋਸਟ ਕਰਾਂਗੇ। ਉੱਥੇ ਤੁਸੀਂ ਜਵਾਬ ਦੇ ਰੂਪ ਵਿੱਚ ਇਹਦਾ ਕਮੈਂਟਸ ਦੇ ਰੂਪ ਵਿੱਚ ਜਵਾਬ ਦੇਣਾ ਹੈ ਤੇ ਉਹੀ ਸਿਰਫ ਜਿਹੜੇ ਦਰਸ਼ਕ ਸਰੋਤੇ ਸ਼ਾਮਲ ਕੀਤੇ ਜਾਣਗੇ ਲੱਕੀ ਡਰਾ ਦੇ ਵਿੱਚ ਜਿਹੜੇ ਕਿ YouTube ਚੈਨਲ ਤੇ ਜਾ ਕੇ ਜਵਾਬ ਦੇਣਗੇ। ਅੱਜ ਦਾ ਸਵਾਲ ਹੈ ਜੀ ਕਿ ਸਾਲ 2021 ਦੌਰਾਨ ਕਿਹੜੇ ਸਿੱਖ ਗੁਰੂ ਸਾਹਿਬ ਜੀ ਦਾ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। ਅੱਜ ਦਾ ਸਵਾਲ ਹੈ ਜੀ ਸਾਲ 2021 ਦੌਰਾਨ
ਕਿਹੜੇ ਸਿੱਖ ਗੁਰੂ ਸਾਹਿਬ ਜੀ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ? ਇਸ ਸਵਾਲ ਦਾ ਜਵਾਬ ਤੁਸੀਂ ਸਾਡੇ ਪੰਜਾਬੀ ਨੈਸ਼ਨਲ ਟੀਵੀ ਦੇ ਜਿਹੜਾ YouTube ਚੈਨਲ ਹੈ ਉੱਥੇ ਸਵਾਲ ਅਸੀਂ ਪੋਸਟ ਕਰ ਚੁੱਕੇ ਹਾਂ। ਉੱਥੇ ਕਮੈਂਟਸ ਦੇ ਰੂਪ ਵਿੱਚ ਤੁਸੀਂ ਜਿਹੜਾ ਇਹਦਾ ਜਵਾਬ ਜਾ ਕੇ ਦੇਣਾ ਹੈ ਤੇ ਕੱਲ ਨੂੰ ਅਸੀਂ ਦੱਸਾਂਗੇ ਕਿ ਕੌਣ ਲੱਕੀ ਵਿਨਰ ਨੇ। ਜਿੰਨੇ ਵੀ ਠੀਕ ਜਵਾਬ ਦੇਣਗੇ ਸਾਰਿਆਂ ਦਾ ਨਾਮ ਅਸੀਂ ਲੱਕੀ ਡਰਾ 'ਚ ਪਾ ਦੇਣਾ ਹੈ ਤੇ ਇੱਕ ਵਿਨਰ ਨੂੰ ਅਸੀਂ $25 ਦਾ Amazon ਦਾ ਗਿਫਟ ਕਾਰਡ ਦੇਵਾਂਗੇ ਜੀ। ਸੋ ਸਾਲ 2021 ਦੌਰਾਨ ਕਿਹੜੇ ਸਿੱਖ ਗੁਰੂ ਸਾਹਿਬ ਜੀ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ, ਇਹ ਅੱਜ ਦਾ ਸਵਾਲ ਹੈ ਤੇ ਕੱਲ ਕੌਣ ਇਸ ਦਾ ਸਹੀ ਜਵਾਬ ਦਿੰਦਾ ਹੈ ਤੇ ਕੌਣ ਵਿਨਰ ਹੈ ਇਹ ਅਸੀਂ ਕੱਲ ਨੂੰ ਅਨਾਉਂਸ ਕਰਾਂਗੇ ਇਸੇ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਨ ਦੀ ਆਪਣੇ ਦਰਸ਼ਕਾਂ ਤੋਂ ਹੁਣ ਆਗਿਆ ਲੈਣੇ ਢਿੱਲੋਂ ਸਾਹਿਬ। ਹਾਂਜੀ ਬਿਲਕੁਲ। ਕੱਲ ਦਾ ਦਿਨ ਬੜਾ ਇੰਪੋਰਟੈਂਟ ਹੈ ਜੀ। ਕੱਲ ਨੂੰ ਨਵੇਂ ਰਾਸ਼ਟਰਪਤੀ ਅਮਰੀਕਾ ਦੇ ਸਹੁੰ ਚੁੱਕ ਰਹੇ ਨੇ ਅਤੇ ਕੀ ਕੈਨੇਡਾ ਲਈ ਲੈ ਕੇ ਆਉਂਦੇ ਨੇ, ਕੀ ਅਲਬਰਟਾ ਲਈ ਲੈ ਕੇ ਆਉਂਦੇ ਨੇ, ਇਹ ਬੜਾ ਇੰਪੋਰਟੈਂਟ ਰਹੇਗਾ। ਸੋ ਇਸ ਦੇ ਨਾਲ ਹੀ ਆਪਾਂ ਆਗਿਆ ਲੈਣੇ ਆਪਣੇ ਦਰਸ਼ਕਾਂ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਉੱਪਰ ਦਬਾਅ ਵਧਾਉਣ ਲਈ 26 ਜਨਵਰੀ ਨੂੰ ਦਿੱਲੀ ਦੇ ਵਿੱਚ ਕੀਤੀ ਜਾਣ ਵਾਲੀ ਕਿਸਾਨ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਕਾਫੀ ਸਰਗਰਮ ਹੋ ਗਈ ਹੈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਕਿਸਾਨਾਂ ਨਾਲ ਰਾਬਤਾ ਕਾਇਮ ਕਰਨ ਲੱਗ ਗਏ ਨੇ। ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ ਸਿੰਘੂ ਸਰਹੱਦ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ। ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਭਾਵੇਂ ਇਸ ਨੂੰ ਮੁੱਢਲੇ ਤੌਰ ਤੇ ਗੈਰ ਰਸਮੀ ਗੱਲਬਾਤ ਹੀ ਦੱਸਿਆ, ਪਰ ਨਾਲ ਹੀ ਉਹਨਾਂ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਨੂੰ ਕਿਸਾਨ ਮੋਰਚੇ ਵੱਲੋਂ ਕਿਸਾਨ ਪਰੇਡ ਦੇ ਐਲਾਨੇ ਪ੍ਰੋਗਰਾਮ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਉਧਰ ਕਿਸਾਨ ਆਗੂਆਂ ਦਾ ਆਖਣਾ ਹੈ ਕਿ ਇਹ ਪੁਲਿਸ ਅਧਿਕਾਰੀ ਪਹਿਲਾਂ ਵੀ ਉਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਨੇ। ਇਸੇ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ 26 ਜਨਵਰੀ ਨੂੰ ਕਿਸਾਨ ਪਰੇਡ ਵਾਪਸ ਲੈਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਖਿਆ ਕਿ 20 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਕਿਸਾਨ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਛੱਡ ਕੇ ਹੋਰ ਬਦਲਾਂ ਤੇ ਚਰਚਾ ਕਰਨ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਆਖਣਾ ਹੈ ਕਿ ਕਿਸਾਨਾਂ ਨੂੰ ਸ਼ਾਂਤੀਪੂਰਨ ਟਰੈਕਟਰ ਰੈਲੀ ਕੱਢਣ ਦਾ ਸੰਵਿਧਾਨਕ ਹੱਕ ਹੈ। ਪੰਜਾਬ ਸਰਕਾਰ ਨੇ